ਪਿਆਰੇ ਬੱਚਿਓ ਵਿਦਿਆਰਥੀਓ ਅੱਜ ਅਸੀਂ ਫੰਡਾਮੈਂਟਲ ਆਫ ਈ ਬਿਜ਼ਨਸ ਦੇ ਪਹਿਲੇ ਚੈਪਟਰ ਉੱਤੇ ਆ ਰਹੇ ਹੈਗੇ ਆ ਜਿਹੜਾ ਕਿ ਹੈਗਾ ਆ ਕਨਸੈਪਟ ਐਂਡ ਸਕੋਪ ਆਫ ਇਨਫੋਰਮੇਸ਼ਨ ਟੈਕਨੋਲੋਜੀ। ਪਹਿਲਾ ਹੀ ਪਾਰਟ ਜਿਹੜਾ ਹੈਗਾ ਆ ਬਹੁਤ ਕੁਝ ਸਾਨੂੰ ਸਮਝਾਉਣ 'ਚ ਕਾਮਯਾਬ ਹੋ ਜਾਏਗਾ। ਸਭ ਤੋਂ ਪਹਿਲਾਂ ਆਪਾਂ ਸਮਝੀਏ ਕਿ ਇਹਦੇ ਵਿੱਚ ਕੀ ਕੀ ਚੀਜ਼ਾਂ ਇਨਵੋਲਵ ਹੋ ਰਹੀਆਂ ਨੇ ਬੱਚੇ। ਇਹਦੇ ਵਿੱਚ ਕੰਪਿਊਟਰ ਨੈਟਵਰਕ ਤੇ ਬਹੁਤ ਸਾਰੀਆਂ ਡਿਜੀਟਲ ਟੈਕਨੋਲੋਜੀ ਜਿਹੜੀ ਹੈਗੀ ਯੂਜ਼ ਹੋਏਗੀ ਕਾਹਦੇ ਵਾਸਤੇ? ਸਟੋਰ ਕਰਨ ਵਾਸਤੇ, ਪ੍ਰੋਸੈਸ ਕਰਨ ਵਾਸਤੇ ਤੇ ਟਰਾਂਸਮਿਟ ਕਰਨ ਵਾਸਤੇ ਇਨਫੋਰਮੇਸ਼ਨ। ਇਹਦਾ ਸਕੋਪ ਬਹੁਤ ਜ਼ਿਆਦਾ ਹੈਗਾ ਆ। ਇਹਨੂੰ ਆਪਾਂ ਹੁਣ ਡਿਟੇਲ ਸਮਝਾਂਗੇ ਕਿ ਕਿੱਥੇ ਕਿੱਥੇ ਆ ਫੈਲਿਆ ਹੋਇਆ ਆ, ਕਿਹੜੀ ਕਿਹੜੀ ਜਗ੍ਹਾ ਜਿਹੜਾ ਹੈਗਾ ਇਹਦਾ ਸਕੋਪ ਸਾਨੂੰ ਨਜ਼ਰ ਆਏਗਾ। ਸਭ ਤੋਂ ਪਹਿਲਾਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਮੀਨਿੰਗ ਐਂਡ ਡੈਫੀਨੇਸ਼ਨ ਆਫ ਇਨਫੋਰਮੇਸ਼ਨ ਟੈਕਨੋਲੋਜੀ। ਇਨਫੋਰਮੇਸ਼ਨ ਟੈਕਨੋਲੋਜੀ ਕੀ ਕਰਦਾ ਹੈਗਾ? ਯੂਜ਼ ਆਫ ਕੰਪਿਊਟਰ ਸਿਸਟਮ ਤੇ ਟੈਕਨੋਲੋਜੀ ਨੂੰ ਕਾਹਦੇ ਵਾਸਤੇ? ਮੈਨੇਜ ਕਰਨ ਵਾਸਤੇ, ਪ੍ਰੋਸੈਸ ਕਰਨ ਵਾਸਤੇ ਤੇ ਫੈਲਾਉਣ ਵਾਸਤੇ, ਡਿਸੈਮੀਨੇਟ ਕਰਨ ਵਾਸਤੇ ਇਨਫੋਰਮੇਸ਼ਨ ਨੂੰ। ਅਗਰ ਆਹ ਤਿੰਨ ਚੀਜ਼ਾਂ ਹੋ ਰਹੀਆਂ ਹੈਗੀਆਂ ਇਹਦਾ ਮਤਲਬ ਕਿ ਸਾਡੀ ਇਨਫੋਰਮੇਸ਼ਨ ਟੈਕਨੋਲੋਜੀ ਹੈਗੀ ਆ, ਅਸੀਂ ਸੂਚਨਾ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਹੈਗੇ ਆ। ਤੇ ਹੁਣ ਅਸੀਂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਆਈਟੀ ਹੈਗਾ ਇਹ ਐਮਪਾਵਰ ਕਰ ਰਿਹਾ ਹੈਗਾ ਆ, ਐਫੀਸ਼ੀਐਂਸੀ ਵਧਾ ਰਿਹਾ ਹੈਗਾ, ਇਫੈਕਟਿਵਨੈਸ ਵਧਾ ਰਿਹਾ ਹੈਗਾ, ਇਹਦੇ ਵਿੱਚ ਐਕੂਰੇਸੀ ਆ ਤਾਂ ਕਿ ਆਪਾਂ ਮੈਨੇਜ ਕਰ ਪਾਈਏ, ਪ੍ਰੋਸੈਸ ਕਰ ਪਾਈਏ ਇਨਫੋਰਮੇਸ਼ਨ ਨੂੰ ਕੰਪਿਊਟਰ ਸਿਸਟਮ ਤੇ ਟੈਕਨੋਲੋਜੀ ਨਾਲ। ਤੇ ਜਦੋਂ ਆਪਾਂ ਇਹਨੂੰ ਸਮਝਾਂਗੇ ਇਹਦਾ ਸਕੋਪ ਕਿੱਥੋਂ ਤੱਕ ਫੈਲਦਾ ਹੈਗਾ ਆ, ਤੇ ਸਭ ਤੋਂ ਪਹਿਲਾਂ ਧਿਆਨ ਦਿਓ ਬੱਚਿਓ ਕਿ ਹੁਣ ਇਹ ਸਾਡੇ ਘਰਾਂ ਤੱਕ ਵੀ ਆ ਚੁੱਕਿਆ ਹੈ। ਅੱਜ ਤੋਂ 10-20-30 ਸਾਲ ਪਹਿਲਾਂ ਆਪਾਂ ਵੇਖਦੇ ਹਾਂ ਕੰਪਿਊਟਰ ਜਿਹੜੇ ਸੀ ਉਹ ਸਿਰਫ ਆਫਿਸ ਦਾ ਹਿੱਸਾ ਹੈਗੇ ਸੀ, ਗਵਰਨਮੈਂਟ ਉਹਨੂੰ ਯੂਜ਼ ਕਰਦੀ ਹੈਗੀ ਸੀ, ਬਹੁਤ ਵੱਡੇ ਲੈਵਲ ਤੇ ਜਿਹੜੇ ਬਿਜ਼ਨਸ ਹੁੰਦੇ ਸੀ ਉਹ ਯੂਜ਼ ਕਰਦੇ ਸੀ। ਪਰ ਅੱਜ ਇਹ ਘਰਾਂ ਵਿੱਚ ਯੂਜ਼ ਹੋ ਰਿਹਾ ਹੈਗਾ, ਮਨੋਰੰਜਨ ਦੀ ਦੁਨੀਆ ਬਣਿਆ ਹੋਇਆ ਆ, ਅਸੀਂ ਖੁਦ ਇਹਦਾ ਇਸਤੇਮਾਲ ਕਰਦੇ ਹੈਗੇ ਆ ਤੇ ਡਿਜੀਟਲ ਯੁੱਗ ਨੂੰ ਲਿਆਉਣ ਵਾਲਾ ਇਹ ਇੱਕ ਚੀਜ਼ ਬਣ ਗਈ ਹੈਗੀ ਆ। ਤੇ ਹੁਣ ਇਹ ਜਦੋਂ ਸਾਡੇ ਘਰਾਂ 'ਚ ਆ ਗਿਆ ਇਹਦਾ ਮਤਲਬ ਇਹਦਾ ਸਕੋਪ ਬਹੁਤ ਵੱਧ ਗਿਆ ਹੈਗਾ। ਕੋਈ ਚੀਜ਼ ਜਿਹੜੀ ਜਨਤਾ ਨਾਲ ਜੁੜ ਜਾਂਦੀ ਹੈਗੀ ਆ, ਘਰਾਂ 'ਚ ਪਹੁੰਚ ਜਾਂਦੀ ਹੈਗੀ ਆ, ਉਹਦਾ ਸਕੋਪ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ ਆ ਤੇ ਇਸ ਚੀਜ਼ ਨੂੰ ਸਾਨੂੰ ਸਮਝਣਾ ਪਊਗਾ। ਦੂਸਰਾ ਹੈਗਾ ਬੱਚਿਓ ਫੀਲਡ ਆਫ ਐਜੂਕੇਸ਼ਨ। ਸਿੱਖਿਆ ਦੇ ਖੇਤਰ ਵਿੱਚ ਤੁਸੀਂ ਕਮ ਸੇ ਕਮ 2-3 ਸਾਲਾਂ ਤੋਂ ਤੇ ਬਹੁਤ ਜ਼ਿਆਦਾ ਇਸ ਚੀਜ਼ ਦੇ ਰੂਬਰੂ ਹੋ ਰਹੇ ਹੋਗੇ ਕਿ ਜਦੋਂ ਦਾ ਕਰੋਨਾ ਕਾਲ ਆਇਆ ਸੀ ਕਿ ਅਸੀਂ ਐਜੂਕੇਸ਼ਨ ਨੂੰ ਕਿੱਥੋਂ ਤੱਕ ਲੈ ਗਏ ਹੈਗੇ ਆ? ਆਨਲਾਈਨ ਲੈ ਗਏ ਹੈਗੇ ਆ। ਹੁਣ ਅਸੀਂ ਡਿਸਟੈਂਸ ਤੇ ਬੈਠ ਕੇ ਵੀ ਪੜ੍ਹਾਈ ਕਰ ਸਕਦੇ ਹੈਗੇ ਆ। ਤੁਸੀਂ ਘਰਾਂ 'ਚ ਬੈਠੇ ਹੋਏ ਜੇ, ਤੁਸੀਂ ਟੀਵੀ ਚੈਨਲ ਦੇ ਜ਼ਰੀਏ, ਆਪਣੇ ਵੈਬਸਾਈਟ ਦੇ ਜ਼ਰੀਏ, YouTube ਦੇ ਜ਼ਰੀਏ, ਕਿਸੇ ਵੀ ਅਲੱਗ-ਅਲੱਗ ਸਾਧਨਾਂ ਤੋਂ ਤੁਸੀਂ ਦੀਕਸ਼ਾ ਐਪ ਦੇ ਜ਼ਰੀਏ ਇਹ ਵੇਖ ਰਹੇ ਹੈਗੇ ਜੇ ਤੇ ਤੁਸੀਂ ਇਹਨੂੰ ਪ੍ਰਾਪਤ ਕਰ ਰਹੇ ਹੈਗੇ ਜੇ। ਤੇ ਐਜੂਕੇਸ਼ਨ ਹੁਣ ਜਿਹੜੀ ਆਪਾਂ ਪ੍ਰਾਪਤ ਕਰਨੀ ਹੈਗੀ ਆ ਇਹਦੇ ਵਾਸਤੇ ਆਪਾਂ ਡਿਪੈਂਡ ਨਹੀਂ ਕਰਦੇ ਕਿ ਆਪਾਂ ਸਕੂਲ ਜਾ ਰਹੇ ਹਾਂ ਤੇ ਫਿਰ ਹੀ ਸਾਨੂੰ ਐਜੂਕੇਸ਼ਨ ਤੇ ਫਾਰਮਲ ਐਜੂਕੇਸ਼ਨ ਮਿਲ ਰਹੀ ਆ, ਨਹੀਂ। ਹੁਣ ਬੜਾ ਆਸਾਨ ਹੋ ਗਿਆ ਆ ਕਿ ਐਜੂਕੇਸ਼ਨ ਪ੍ਰਾਪਤੀ ਵਾਸਤੇ ਅਸੀਂ ਬੜੀ ਆਸਾਨੀ ਦੇ ਨਾਲ ਕਿਤੇ ਨਾ ਕਿਤੇ ਉਹ ਅਸੀਂ ਆਈਟੀ ਦੇ ਜ਼ਰੀਏ ਵੀ ਕਰ ਰਹੇ ਹਾਂ। ਇਹ ਟੀਚਰਸ ਨੂੰ ਵੀ ਐਮਪਾਵਰ ਕਰ ਰਿਹਾ ਹੈਗਾ ਆ ਤੇ ਹੁਣ ਆਹ ਸਾਰੀਆਂ ਚੀਜ਼ਾਂ ਸਾਡੇ ਫਿੰਗਰ ਟਿਪ ਤੇ ਆ। ਜਦੋਂ ਵੀ ਜਿਹੜਾ ਵੀ ਲੈਸਨ ਚਾਹੀਏ ਕਿ ਆਪਾਂ ਪੜ੍ਹ ਨਹੀਂ ਸਕਦੇ, ਆਪਾਂ ਸਮਝ ਸਕਦੇ ਹਾਂ ਨਾ, ਇਹ ਬੜਾ ਆਸਾਨ ਹੋ ਗਿਆ ਆ ਕਿ ਅਸੀਂ ਇਹਨੂੰ ਹੁਣ ਪੜ੍ਹ ਲਈਏ, ਸਮਝ ਲਈਏ। ਤੇ ਇਹ ਆਸਾਨੀ ਕਿੰਨੇ ਲਿਆਂਦੀ ਹੈਗੀ ਆ? ਆਈਟੀ ਨੇ। ਹੁਣ ਵੈਦਰ ਫੋਰਕਾਸਟਿੰਗ ਬਾਰੇ ਬੱਚੇ ਸੋਚੋ, ਅਸੀਂ ਕਿੰਨੀ ਆਸਾਨੀ ਨਾਲ ਜਾਣ ਲੈਂਦੇ ਆ, ਬਹੁਤ ਹੀ ਪ੍ਰੈਸੀਸ਼ਨ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਆ, ਬਹੁਤ ਹੀ ਇਹਦੀ ਸ਼ੁੱਧਤਾ ਨਾਲ ਭਵਿੱਖਬਾਣੀ ਹੋ ਜਾਂਦੀ ਹੈ ਕਿ ਕਦੋਂ ਬਰਸਾਤ ਹੋਣ ਵਾਲੀ ਹੈ, ਕਦੋਂ ਸਰਦੀ ਹੋਣ ਵਾਲੀ ਹੈ, ਕਦੋਂ ਬਰਫ਼ ਪੈਣ ਵਾਲੀ ਹੈਗੀ ਆ। ਤੇ ਇਹ ਡੇਟਾਬੇਸ ਹੁਣ ਉਹਨਾਂ ਕੋਲ ਤਿਆਰ ਹੋ ਗਿਆ ਹੈਗਾ ਆ ਤੇ ਕੰਪਿਊਟਰ ਇਹਦੀ ਮਦਦ ਨਾਲ, ਸਾਡੇ ਡੇਟਾ ਦੀ ਮਦਦ ਨਾਲ ਸਾਨੂੰ ਪ੍ਰੈਡਿਕਟ ਕਰਕੇ ਦੱਸ ਦਿੰਦਾ ਹੈਗਾ ਕਿ ਕਦੋਂ ਬਰਸਾਤ ਹੋ ਸਕਦੀ ਹੈ, ਕਦੋਂ ਮੌਸਮ ਬਦਲੇਗਾ। ਤੇ ਇਹ ਭਵਿੱਖਬਾਣੀ ਬਹੁਤ ਹੁਣ ਤੇ ਮਿੰਟਾਂ ਸਕਿੰਟਾਂ ਵਿੱਚ ਵੀ ਸਹੀ ਹੋਣ ਸਾਬਿਤ ਹੋ ਗਈ ਹੈ ਕਿ ਅਗਰ ਦੱਸਿਆ ਹੋਵੇ ਕਿ 6:05 ਤੇ ਬਰਸਾਤ ਆਊਗੀ ਤੇ ਕਈ ਵਾਰ ਅਸੀਂ ਵੇਖ ਰਹੇ ਹੁੰਦੇ ਐਗਜ਼ੈਕਟ ਟਾਈਮ ਤੇ ਹੀ ਬਰਸਾਤ ਆ ਰਹੀ ਹੈਗੀ ਆ। ਬਹੁਤ ਫਾਸਟ, ਬਹੁਤ ਐਕੂਰੇਟ ਹੋ ਗਿਆ ਆ। ਪਰ ਇਹਦੇ ਵਿੱਚ ਯੂਜ਼ ਕਿੱਦਾਂ ਹੋਇਆ ਹੈ? ਆਈਟੀ ਦਾ ਯੂਜ਼ ਹੋਇਆ। ਆਈਟੀ ਦੇ ਯੂਜ਼ ਕਰਕੇ ਇਹ ਸੰਭਵ ਹੋ ਸਕਿਆ ਹੈਗਾ ਆ। ਹੁਣ ਆਪਾਂ ਵੇਖ ਰਹੇ ਹਾਂ ਇਨ ਦਾ ਫੀਲਡ ਆਫ ਹੈਲਥ। ਤੁਸੀਂ ਵੇਖਿਆ ਹੋਊਗਾ ਕਿ ਹੈਲਥ ਦੇ ਖੇਤਰ ਵਿੱਚ ਵੀ ਇਹਦਾ ਬਹੁਤ ਜ਼ਿਆਦਾ ਇਸਤੇਮਾਲ ਹੋ ਰਿਹਾ ਹੈਗਾ ਆ। ਪੇਸ਼ੈਂਟ ਕੇਅਰ ਵਾਸਤੇ ਇਹਦਾ ਬਹੁਤ ਇਸਤੇਮਾਲ ਹੋ ਰਿਹਾ ਹੈਗਾ ਆ। ਉਹਦਾ ਪੂਰਾ ਦਾ ਪੂਰਾ ਪੇਸ਼ੈਂਟ ਦਾ ਰਿਕਾਰਡ ਜਿਹੜਾ ਹੈਗਾ ਆ ਅਸੀਂ ਉਹਦੇ ਉੱਤੇ ਉਪਲਬਧ ਕਰਵਾ ਲੈਂਦੇ ਹੈਗੇ। ਸਾਨੂੰ ਪਤਾ ਲੱਗ ਜਾਂਦਾ ਕਿ ਪਹਿਲਾਂ ਇਹਨੂੰ ਕਿਹੜੀਆਂ ਪ੍ਰੋਬਲਮਸ ਰਹੀਆਂ ਹੈਗੀਆਂ ਨੇ, ਇਹ ਪਹਿਲਾਂ ਦਵਾਈ ਕਿਹੜੀ ਲੈਂਦਾ ਰਿਹਾ ਹੈਗਾ ਆ, ਇਹਦੀ ਕੇਸ ਹਿਸਟਰੀ ਕੀ ਹੈਗੀ ਹੈ ਬਿਮਾਰੀ ਦੀ, ਤੇ ਉਹਦੇ ਲਈ ਫਿਰ ਇਲਾਜ ਦੇਣਾ ਉਹਨੂੰ ਬੜਾ ਆਸਾਨ ਹੋ ਜਾਂਦਾ ਹੈਗਾ। ਰੋਬੋਟਿਕਸ ਆ ਗਏ ਨੇ, AI ਦੀ ਮਦਦ ਹੋ ਰਹੀ ਹੈਗੀ। ਅੱਖਾਂ ਦਾ ਆਪਰੇਸ਼ਨ ਤੁਸੀਂ ਸੁਣਿਆ ਹੋਣਾ ਨਾ, ਕੰਪਿਊਟਰ ਕਰ ਰਿਹਾ ਹੈਗਾ ਆ। ਗੋਡਿਆਂ ਦਾ ਆਪਰੇਸ਼ਨ ਕੰਪਿਊਟਰ ਕਰ ਰਿਹਾ ਹੈਗਾ ਆ। ਉਹ ਕੰਪਿਊਟਰ ਕੀ ਕਰ ਰਿਹਾ ਹੈਗਾ? ਅਸਲ 'ਚ ਆਈਟੀ, ਇਨਫੋਰਮੇਸ਼ਨ ਟੈਕਨੋਲੋਜੀ ਦਾ ਯੂਜ਼ ਕਰ ਰਹੇ ਹੈਗੇ ਨੇ। ਤੇ ਆਹ ਸਾਰੀਆਂ ਚੀਜ਼ਾਂ ਤੁਸੀਂ ਵੇਖਿਆ ਹੋਗਾ, ਹਾਰਟ ਬੀਟ ਨੂੰ ਨਾਪਣ ਵਾਸਤੇ, ਬਲੱਡ ਪ੍ਰੈਸ਼ਰ ਨੂੰ ਨਾਪਣ ਵਾਸਤੇ। ਤੇ ਹੈਲਥ ਦੇ ਖੇਤਰ ਵਿੱਚ ਪਹਿਲਾਂ ਆਪਾਂ ਐਜੂਕੇਸ਼ਨ ਸਮਝਿਆ ਨਾ, ਐਜੂਕੇਸ਼ਨ ਦੇ ਖੇਤਰ ਵਿੱਚ ਬਹੁਤ ਜ਼ਿਆਦਾ, ਤੇ ਫਿਰ ਆਪਾਂ ਵੇਖਾਂਗੇ ਹੈਲਥ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਇਹਦਾ ਇਸਤੇਮਾਲ ਹੋ ਰਿਹਾ ਹੈਗਾ ਆ।
ਤੇ ਜਿਉਂ-ਜਿਉਂ ਟਾਈਮ ਵੱਧਦਾ ਜਾ ਰਿਹਾ ਹੈਗਾ ਇਹਦਾ ਖੇਤਰ ਵੱਧਦਾ ਜਾ ਰਿਹਾ ਹੈਗਾ। ਹੈਲਥ ਦੇ ਖੇਤਰ ਵਿੱਚ ਤੇ ਹੁਣ ਇੰਨੀਆਂ ਟੈਕਨੋਲੋਜੀ ਆ ਗਈ ਹੈਗੀ ਆ ਕਿ ਇੱਕ ਪੇਸ਼ੈਂਟ ਇੱਕ ਜਗ੍ਹਾ ਤੇ ਬੈਠ ਕੇ ਆਪਣਾ ਇਲਾਜ ਕਿਸੇ ਬਹੁਤ ਦੂਰ ਬੈਠੇ ਡਾਕਟਰ ਤੋਂ ਵੀ ਕਰਾ ਸਕਦਾ ਹੈਗਾ ਆ, ਕਿਉਂਕਿ ਉਹਨੂੰ ਬੜਾ ਆਸਾਨ ਹੋ ਗਿਆ ਹੈਗਾ ਆ। ਉਹ ਇੰਨੀ ਟੈਕਨੋਲੋਜੀ ਆ ਗਈ ਹੈਗੀ ਆ ਕਿ ਤੁਸੀਂ ਲੌਗਇਨ ਕਰਕੇ ਕਿਸੇ ਐਪ ਤੇ ਵੀਡੀਓ ਕਾਨਫਰੰਸਿੰਗ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਆਪਣੀ ਰਿਪੋਰਟਾਂ ਸ਼ੇਅਰ ਕਰਕੇ ਉਹ ਤੋਂ ਇਲਾਜ ਲੈ ਸਕਦੇ ਹੈਗੇ ਜੇ। ਇਸ ਤੋਂ ਬਾਅਦ ਰੀਕ੍ਰੀਏਸ਼ਨ, ਆਪਾਂ ਹੁਣੇ ਗੱਲ ਕੀਤੀ ਨਾ ਕਿ ਘਰਾਂ ਵਿੱਚ ਆ ਗਿਆ ਹੈਗਾ, ਤੇ ਤੁਸੀਂ ਵੇਖਿਆ ਹੋਗਾ ਕਿ ਰੀਕ੍ਰੀਏਸ਼ਨ ਵਿੱਚ ਵੀ, ਮਨੋਰੰਜਨ ਵਿੱਚ ਵੀ ਇਹਦਾ ਬਹੁਤ ਭੂਮਿਕਾ ਹੋ ਗਈ ਆ। ਇਹ ਬਹੁਤ ਜ਼ਿਆਦਾ ਫੈਲ ਗਿਆ ਹੈਗਾ ਆ। ਬੱਚੇ ਅਕਸਰ ਤੁਸੀਂ ਵੇਖਿਆ ਹੋਊਗਾ ਕਾਰਟੂਨ ਵੇਖ ਰਹੇ ਹੈਗੇ ਨੇ, ਮੋਬਾਈਲ ਤੇ ਵੇਖ ਸਕਦੇ ਨੇ, ਕੰਪਿਊਟਰ ਤੇ ਵੇਖ ਸਕਦੇ ਹੈਗੇ ਨੇ, ਆਨਲਾਈਨ ਗੇਮਸ ਬਾਰੇ ਤੁਸੀਂ ਵੇਖਿਆ ਹੋਊਗਾ, ਮੂਵੀਜ਼, ਗਾਣੇ, ਕਿੰਨੀਆਂ ਚੀਜ਼ਾਂ ਸਾਡੇ ਕੋਲ ਆ ਗਈਆਂ ਹੈਗੀਆਂ ਤੇ ਐਂਟਰਟੇਨਮੈਂਟ ਵਾਸਤੇ ਵੀ ਹੁਣ ਬੜਾ ਆਸਾਨ ਹੋ ਗਿਆ। ਮਗਰ ਤੁਹਾਡੇ ਲਈ ਸਮਝਣ ਲਈ ਇਹ ਵੀ ਗੱਲ ਹੈਗੀ ਹੈ ਪਿਆਰੇ ਵਿਦਿਆਰਥੀਓ, ਜਿਹੜੇ ਤੁਸੀਂ ਕਮਰਸ ਦੇ ਵਿਦਿਆਰਥੀ ਹੈਗੇ ਜੇ, ਅਸੀਂ FEB ਪੜ੍ਹ ਰਹੇ ਹੈਗੇ, ਫੰਡਾਮੈਂਟਲ ਆਫ ਬਿਜ਼ਨਸ ਪੜ੍ਹ ਰਹੇ ਆ। ਇਹ ਸਬਜੈਕਟ ਕਿਤੇ ਨਾ ਕਿਤੇ ਸਾਡਾ ਕਿੱਤਾ ਮੁਖੀ, ਸਾਡਾ ਰੋਜ਼ਗਾਰ ਦੇਣ ਵਾਲਾ ਹੈਗਾ। ਜਦੋਂ ਆਪਾਂ ਇਹ ਪੜ੍ਹ ਰਹੇ ਆ ਨਾ ਕਿ ਇਹ ਐਸ ਫੀਲਡ ਵਿੱਚ ਫੈਲਿਆ ਹੋਇਆ ਆ, ਇਹਦਾ ਕਾਰਜ ਖੇਤਰ ਜਿਹੜਾ ਹੈਗਾ ਆ ਇਸ ਜਗ੍ਹਾ ਤੱਕ ਆਇਆ ਹੋਇਆ ਆ, ਤੇ ਸਾਨੂੰ ਇਹ ਸਮਝਣਾ ਪਊਗਾ ਕਿ ਇਹ ਸਾਰੀਆਂ ਫੀਲਡ ਵਿੱਚ ਸਾਨੂੰ ਜੌਬਸ ਵੀ ਮਿਲ ਸਕਦੀਆਂ ਹੈਗੀਆਂ ਨੇ। ਹੁਣ ਤੇ ਆਪਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਫੀਲਡ ਹੈਗੇ ਨੇ, ਉੱਥੇ ਸਕੋਪ ਕਿੱਥੋਂ ਤੱਕ ਫੈਲਿਆ ਹੈਗਾ ਆ, ਕਾਰਜ ਖੇਤਰ ਕਿਹੜਾ ਆ। ਆਪਾਂ ਵੇਖਿਆ ਐਜੂਕੇਸ਼ਨ ਸੀ, ਹੈਲਥ ਸੀ, ਹੁਣ ਆਪਾਂ ਵੇਖ ਰਹੇ ਹਾਂ ਰੀਕ੍ਰੀਏਸ਼ਨ ਵੀ ਹੋ ਰਿਹਾ ਹੈਗਾ ਆ। ਸਿਨੇਮਾ ਘਰਾਂ ਵਿੱਚ ਵੀ ਇਹਦਾ ਇਸਤੇਮਾਲ ਕੀਤਾ ਜਾ ਰਿਹਾ ਹੈਗਾ। ਹੁਣ ਉਹ ਜਿਸ ਤਰ੍ਹਾਂ ਪਹਿਲਾਂ ਕੈਸਟਸ ਪਲੇ ਕਰਦੇ ਹੁੰਦੇ ਸੀ ਉਸ ਤਰ੍ਹਾਂ ਨਹੀਂ ਕਰ ਰਹੇ, ਰੀਲ ਪਲੇ ਨਹੀਂ ਕਰ ਰਹੇ ਹੈਗੇ, ਫਿਜ਼ੀਕਲ ਰੀਲ ਨਹੀਂ ਹੁੰਦੀ ਹੈਗੀ। ਹੁਣ ਆਨਲਾਈਨ ਉਹ ਚੀਜ਼ਾਂ ਆ ਰਹੀਆਂ ਨੇ, ਮੂਵੀ ਵੀ ਆਨਲਾਈਨ ਦਿਖਾਈਆਂ ਜਾ ਰਹੀਆਂ ਨੇ, ਤੇ ਤੁਸੀਂ ਆ ਵੇਖਦੇ ਹੈਗੇ ਜੇ ਘਰਾਂ ਵਿੱਚ ਵੀ ਆ ਹੋ ਰਿਹਾ ਹੈਗਾ ਆ, ਤੇ ਹੋਰ ਖੇਤਰਾਂ ਜਿੱਥੇ ਵੀ ਰੀਕ੍ਰੀਏਸ਼ਨ ਹੈਗੀ ਆ ਉੱਥੇ ਇਹਦਾ ਇਸਤੇਮਾਲ ਪੂਰੀ ਤਰੀਕੇ ਨਾਲ ਕੀਤਾ ਜਾ ਰਿਹਾ ਹੈਗਾ। ਇਨ ਫੀਲਡ ਆਫ ਬੈਂਕਿੰਗ, ਪਿਆਰੇ ਬੱਚਿਓ, ਜਿਹੜੇ ਅਸੀਂ ਵਿਦਿਆਰਥੀ ਹੈਗੇ ਆ ਕਮਰਸ ਦੇ, ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਆ ਕਿ ਜਿਹੜਾ ਬੈਂਕਿੰਗ ਸੈਕਟਰ ਹੈਗਾ ਇਹ ਬਹੁਤ ਵੱਡਾ ਸੈਕਟਰ ਹੈਗਾ ਆ। ਸਾਡੀਆਂ ਬਹੁਤ ਸਾਰੀਆਂ ਜੌਬਸ ਇੱਥੋਂ ਮਿਲਦੀਆਂ ਹੈਗੀਆਂ ਨੇ। ਅਸੀਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਹੈਗੇ ਬੈਂਕ ਵਿੱਚ ਜਾਣ ਲਈ ਇੱਛੁਕ ਹੁੰਦੇ ਨੇ, ਤੇ ਇਹਨਾਂ ਨੂੰ ਇਹ ਸਮਝਣਾ ਪਊਗਾ ਕਿ IT ਨੇ ਆਪਣਾ ਕਾਰਜ ਖੇਤਰ ਬੈਂਕਾਂ ਤੱਕ ਪੂਰੀ ਤਰ੍ਹਾਂ ਪਹੁੰਚਾ ਦਿੱਤਾ ਹੈ। ਹੁਣ ਬੈਂਕ ਸਾਰੇ ਆਨਲਾਈਨ ਹੋ ਚੁੱਕੇ ਹੈਗੇ ਨੇ, ਸਟ੍ਰੀਮਲਾਈਨ ਪ੍ਰੋਸੈਸ ਹੋ ਚੁੱਕੇ ਨੇ, ਹੁਣ ਆਸਾਨ ਹੋ ਗਿਆ ਆ ਬੈਂਕਿੰਗ। ਹੁਣ ਅਸੀਂ ਆਨਲਾਈਨ ਬੈਂਕਿੰਗ ਦਾ ਯੂਜ਼ ਕਰਦੇ ਹੈਗੇ ਆ। ਤੁਸੀਂ ਵੇਖਿਆ ਹੋਊਗਾ ਕਿ ਅਸੀਂ 24/7 ਬੈਂਕਿੰਗ ਯੂਜ਼ ਕਰ ਰਹੇ ਹੈਗੇ। ATM ਲੱਗੇ ਹੋਏ ਨੇ, ਕਦੀ ਵੀ ਜਾ ਕੇ ਪੈਸਾ ਨਿਕਾਲ ਲਓ। ਸਾਡੇ ਕੋਲ ਡੈਬਿਟ ਕਾਰਡ ਹੈਗਾ, ਕਿਤੇ ਵੀ ਪੇਮੈਂਟ ਕਰ ਦਿਓ। ਸਾਡੇ ਕੋਲ ਆਨਲਾਈਨ ਬੈਂਕਿੰਗ ਹੈਗੀ ਹੈ, ਕਿਤੇ ਵੀ ਆਪਣਾ ਖਾਤਾ ਚੈੱਕ ਕਰ ਲਓ। ਤੇ ਬੈਂਕਿੰਗ ਨੇ ਆਪਣਾ ਖੇਤਰ ਬਹੁਤ ਵੱਡਾ ਕੀਤਾ ਹੈਗਾ ਆ। ਕਾਹਦੇ ਕਰਕੇ? IT ਦੇ ਯੂਜ਼ ਨਾਲ, IT ਦਾ ਇਸਤੇਮਾਲ ਕਰਦੇ ਹੋਏ ਬੈਂਕਿੰਗ ਹੁਣ ਤੁਹਾਡੀ ਜੇਬ ਵਿੱਚ, ਤੁਹਾਡੇ ਪਾਕਟ ਵਿੱਚ ਪਹੁੰਚ ਗਿਆ ਹੈਗਾ। ਤੁਸੀਂ ਮੋਬਾਈਲ ਕੱਢਣਾ ਹੈਗਾ ਤੇ ਤੁਹਾਨੂੰ ਆਪਣੇ ਬੈਂਕ ਦੀ ਪੂਰੀ ਡਿਟੇਲ ਮਿਲ ਜਾਏਗੀ। ਤੁਹਾਡਾ ਖਾਤਾ ਕਿੰਨੇ ਪੈਸੇ ਰੱਖਦਾ ਹੈਗਾ ਆ, ਤੁਸੀਂ ਫੰਡ ਟ੍ਰਾਂਸਫਰ ਕਿਹਨੂੰ ਕੀਤੇ ਹੈਗੇ ਆ, ਬਹੁਤ ਡਿਟੇਲ ਵਿੱਚ ਸਾਨੂੰ ਪਤਾ ਲੱਗਦਾ। ਜੋ ਵੀ ਆਪਾਂ ਫੰਡ ਟ੍ਰਾਂਸਫਰ ਕਰ ਰਹੇ ਹਾਂ ਉਹਦਾ ਉਸੇ ਵੇਲੇ ਮੈਸੇਜ ਆ ਰਿਹਾ, ਤੁਸੀਂ ਉਸੇ ਵੇਲੇ ਉਹਨੂੰ ਆਨਲਾਈਨ ਚੈੱਕ ਕਰ ਸਕਦੇ ਹੈਗੇ ਜੇ। ਤੇ ਇਹ ਸਾਰਾ ਖੇਤਰ ਜਿਹੜਾ ਹੈਗਾ ਆ ਬੈਂਕਿੰਗ ਪੂਰੀ ਤਰ੍ਹਾਂ ਹੁਣ ਆਨਲਾਈਨ ਹੋ ਚੁੱਕੀ ਹੈਗੀ ਆ। IT ਦਾ ਪੂਰਾ ਇਸਤੇਮਾਲ ਕਰ ਰਹੀ ਹੈਗੀ ਆ, ਤੇ ਤੁਸੀਂ ਵੀ ਇਹਦਾ ਇਸਤੇਮਾਲ ਕਰਨਾ ਹੈਗਾ। ਤੁਸੀਂ ਵੀ ਇਹਨੂੰ ਸਮਝਣਾ ਹੈਗਾ ਕਿ ਸਾਡੇ ਲਈ ਇਹ ਕਿਸ ਤਰ੍ਹਾਂ ਯੂਜ਼ਫੁਲ ਹੋ ਸਕਦੀ ਹੈ, ਆਪਾਂ ਇਹਦਾ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ। ਫਿਰ ਇਸ ਤੋਂ ਬਾਅਦ ਬੱਚਿਓ, ਬੈਂਕਿੰਗ ਇੱਕ ਸੈਕਟਰ ਬਹੁਤ ਵੱਡਾ ਹੈਗਾ ਆ। ਇਸ ਤੋਂ ਬਾਅਦ ਇੱਕ ਸੈਕਟਰ ਆਉਂਦਾ ਹੈਗਾ ਇੰਸ਼ੋਰੈਂਸ। ਬਹੁਤ ਸਾਰੀਆਂ ਜੌਬ ਸਾਡੀਆਂ ਇੰਸ਼ੋਰੈਂਸ ਵਿੱਚ ਹੀ ਆਉਂਦੀਆਂ। ਕਮਰਸ ਦੇ ਵਿਦਿਆਰਥੀ ਜਿਹੜੇ ਪੜ੍ਹਾਈ ਕਰਨ ਤੋਂ ਬਾਅਦ ਇੰਸ਼ੋਰੈਂਸ ਸੈਕਟਰ ਨੂੰ ਵੀ ਅਪਣਾਉਂਦੇ ਹੈਗੇ ਨੇ। ਇਹਦੇ ਵਿੱਚ ਵੀ ਇਹੋ ਗੱਲ ਹੋਈ ਹੈ, ਸਟ੍ਰੀਮਲਾਈਨ ਹੋ ਗਿਆ ਪ੍ਰੋਸੈਸ। ਹੁਣ ਸਾਡੇ ਕੋਲ ਸਾਰਾ ਡੇਟਾ ਹੈਗਾ ਆਪਣੇ ਕਸਟਮਰ ਦਾ। ਸਾਨੂੰ ਪਤਾ ਹੈ ਕਿ ਉਹਦੇ ਕੋਲ ਪਹਿਲਾਂ ਕਿਹੜੀਆਂ ਪਾਲਿਸੀਆਂ ਰਹੀਆਂ ਨੇ, ਉਹਨੂੰ ਕਿਸ ਚੀਜ਼ ਦੀ ਲੋੜ ਆ, ਉਹਦੀ ਏਜ ਕਿੰਨੀ ਹੈ, ਉਹਦੇ ਬੱਚੇ ਕਿੰਨੇ ਹੈਗੇ ਨੇ, ਉਹਦੀਆਂ ਕੀ ਰਿਕੁਆਇਰਮੈਂਟ ਨੇ, ਉਹਦੀਆਂ ਕਿੰਨੀ ਉਹਦੀ ਤਨਖਾਹ ਆ ਰਹੀ ਹੈਗੀ ਹੈ, ਕਿੰਨੀ ਉਹਨੂੰ ਪੇਮੈਂਟ ਮਿਲ ਰਹੀ ਹੈਗੀ ਆ, ਕਿੰਨੇ ਉਹਦੇ ਖਰਚੇ ਹੈਗੇ ਆ। ਤੇ ਅਸੀਂ ਉਸ ਡੇਟਾ ਦੇ ਨਾਲ ਆਪਾਂ ਬਿਲਕੁਲ ਸਹੀ ਪਾਲਿਸੀ ਨੂੰ ਦੱਸ ਸਕਦੇ ਹੈਗੇ ਆ। ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਹੋਏਗੀ ਤੇ ਐਪਰੋਪ੍ਰੀਏਟ ਆਪਾਂ ਉਹਨੂੰ, ਕਈ ਵਾਰ ਕੋਈ ਤੁਹਾਡੇ ਕੋਲ ਆਉਂਦਾ ਨਾ ਕਿ ਮੈਂ ਕਿੰਨੇ ਦੀ ਇੰਸ਼ੋਰੈਂਸ ਕਰਾਵਾਂ, ਤੇ ਪਹਿਲਾਂ ਤਾਂ ਅਸੀਂ ਗੈਸ ਕਰਕੇ ਦੱਸਦੇ ਹੁੰਦੇ ਸੀ ਕਿ ਚਲੋ ਤੁਹਾਡਾ ਅਗਰ ਇਹ ਤੁਸੀਂ ਜੋ ਦੱਸ ਰਹੇ ਜੇ ਆਪਣੇ ਬਾਰੇ, ਇਹਦੇ ਹਿਸਾਬ ਨਾਲ 5 ਲੱਖ ਦਾ ਬਣਦਾ ਜੀ, 10 ਲੱਖ ਦਾ ਬਣਦਾ ਜੀ, 1 ਕਰੋੜ ਦਾ ਬਣਦਾ ਜੀ। ਮਗਰ ਹੁਣ ਸਾਡੇ ਵਾਸਤੇ ਕਿੰਨਾ ਆਸਾਨ ਹੋ ਗਿਆ ਕਿ ਹੁਣ ਸਾਨੂੰ IT ਦੀ ਮਦਦ ਨਾਲ ਕੰਪਿਊਟਰ ਦੱਸ ਦਿੰਦਾ ਹੈਗਾ ਆ ਕਿ ਇਹ ਜਿਹੜਾ ਸਾਹਮਣੇ ਕਲਾਇੰਟ ਬੈਠਾ ਹੋਇਆ ਇਹਨੂੰ ਆਪਾਂ ਕਿੰਨੇ ਦਾ ਇੰਸ਼ੋਰੈਂਸ ਦੇ ਸਕਦੇ ਤੇ ਕਿਹੜਾ ਇੰਸ਼ੋਰੈਂਸ ਦੇ ਸਕਦੇ। ਅਗਰ ਇਹ ਕੋਈ ਮੈਡੀਕਲ ਇੰਸ਼ੋਰੈਂਸ ਪਹਿਲਾਂ ਹੀ ਹੈਗਾ ਆ ਤੇ ਇਹਨੂੰ ਟਰਮ ਪਲਾਨ ਦੇ ਸਕਦੇ ਹੈਗੇ ਆ, ਕੋਈ ਹੋਰ ਇੰਸ਼ੋਰੈਂਸ ਦੇ ਸਕਦੇ ਹੈਗੇ ਆ, ਇਹਨੂੰ ਕੀ ਗੱਡੀ ਹੈਗੀ ਆ ਤੇ ਕੀ ਇਹਨੂੰ ਆਪਣੀ ਗੱਡੀ ਵਾਸਤੇ ਵੀ ਕਿਸੇ ਇੰਸ਼ੋਰੈਂਸ ਦੀ ਲੋੜ ਹੈਗੀ ਆ। ਤੇ ਇਹ ਸਾਰੇ ਇੰਸ਼ੋਰੈਂਸ ਅਸੀਂ ਬੜਾ ਹੀ ਡੇਟਾ ਨੂੰ ਚੈੱਕ ਕਰਕੇ ਆਸਾਨੀ ਦੇ ਨਾਲ ਉਹਨੂੰ ਪ੍ਰੋਵਾਈਡ ਕਰ ਸਕਦੇ ਹੈਗੇ ਆ। ਤੇ IT ਨੇ ਇਹਨੂੰ ਪੂਰਾ ਆਨਲਾਈਨ ਕਰ ਦਿੱਤਾ ਹੈਗਾ। ਤੁਸੀਂ ਹੁੰਦਾ ਨਾ, ਤੁਸੀਂ ਰਸਤੇ ਜਾਂਦੇ ਜਾਂਦੇ ਪਾਲਿਸੀ ਲੈ ਸਕਦੇ ਹੈਗੇ ਜੀ। ਤੁਹਾਨੂੰ ਲੱਗਦਾ ਕਿ ਮੇਰੀ ਗੱਡੀ ਦਾ ਇੰਸ਼ੋਰੈਂਸ ਖਤਮ ਹੋ ਰਿਹਾ ਹੈਗਾ ਆ, ਰਾਤ ਦੇ 12 ਵਜੇ ਹੈਗੇ, ਦਿਨ ਚੇਂਜ ਹੋ ਰਿਹਾ ਹੈਗਾ ਆ, ਤੁਸੀਂ ਉਦੋਂ ਹੀ ਬੈਠ ਕੇ ਆਨਲਾਈਨ ਕਲਿੱਕ ਕਰੋ, ਪੇਮੈਂਟ ਕਰੋ, ਤੇ ਤੁਹਾਨੂੰ ਉਸੇ ਵੇਲੇ ਰਸੀਦ, ਉਹਦੀ ਫਾਈਨਲ ਜਿਹੜੀ ਰਿਸਿਪਟ ਹੈਗੀ ਆ ਉਹ ਮਿਲ ਜਾਂਦੀ ਹੈਗੀ ਆ ਕਿ ਤੁਹਾਡੀ 1 ਸਾਲ ਵਾਸਤੇ ਇੰਸ਼ੋਰੈਂਸ ਫਿਰ ਅੱਗੇ ਵੱਧ ਗਈ ਹੈਗੀ ਆ।
ਤੁਹਾਨੂੰ ਕਿਤੇ ਨਹੀਂ ਜਾਣਾ, ਕਿਸੇ ਨੂੰ ਨਹੀਂ ਪੁੱਛਣ ਦੀ ਲੋੜ ਹੈਗੀ। ਤੇ ਇਹ ਵੀ ਹੁਣ ਬੜਾ ਆਸਾਨ ਹੋ ਗਿਆ ਆ ਕਿ ਸਾਡੇ ਕੋਲ ਇੰਸ਼ੋਰੈਂਸ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਆਈਟੀ ਦਾ ਇਸਤੇਮਾਲ ਹੋ ਰਿਹਾ ਹੈਗਾ ਆ। ਤੇ ਪਿਆਰੇ ਬੱਚਿਓ, ਤੁਸੀਂ ਵੀ ਇਸ ਚੀਜ਼ ਨੂੰ ਸਮਝਣਾ ਹੈਗਾ ਆ ਕਿ ਅਸੀਂ ਇਹਦਾ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ। ਜੇ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਤੁਹਾਡੀ ਸਹੂਲਤ ਵਾਸਤੇ, ਤੇ ਜੇ ਤੁਸੀਂ ਇਸ ਸੈਕਟਰ ਵਿੱਚ ਜਾ ਰਹੇ ਹੈਗੇ ਜੇ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਆਈਟੀ ਵਿੱਚ ਅਗਰ ਮਾਹਿਰ ਹੈਗੇ ਜੇ, ਤੁਸੀਂ ਇਸ ਚੈਪਟਰ ਨੂੰ ਸਮਝਿਆ ਹੈਗਾ ਆ, FEB ਨੂੰ ਚੰਗੀ ਤਰ੍ਹਾਂ ਪੜ੍ਹਿਆ ਹੈਗਾ ਆ, ਤੇ ਕਿੰਨਾ ਆਸਾਨ ਹੋ ਜਾਊਗਾ ਇਹਨਾਂ ਜੌਬਸ ਨੂੰ ਤੁਹਾਡੇ ਵਾਸਤੇ ਪ੍ਰਾਪਤ ਕਰਨਾ। ਇਸ ਤੋਂ ਬਾਅਦ ਬੱਚੇ ਰੇਲਵੇ ਆਪਣੇ ਆਪ 'ਚ ਬਹੁਤ ਵੱਡਾ ਖੇਤਰ ਹੈਗਾ। ਹਜ਼ਾਰਾਂ ਲੱਖਾਂ ਦੀ ਨੌਕਰੀਆਂ ਇਹਦੇ ਵਿੱਚ ਹੈਗੀਆਂ ਨੇ। ਬਹੁਤ ਵੱਡੀ ਇੱਕ ਜਨਸੰਖਿਆ ਜਿਹੜੀ ਹੈਗੀ ਆ ਰੋਜ਼ ਟਰੈਵਲ ਕਰਦੀ ਹੈਗੀ ਆ। ਤੇ ਪਰ ਰੇਲਵੇ ਨੇ ਇੱਕ ਬੜਾ ਵਧੀਆ ਕੰਮ ਕੀਤਾ ਆ ਕਿ ਆਈਟੀ ਦਾ ਸਹਾਰਾ ਲਿਆ ਹੈ। ਆਈਟੀ ਨੇ ਆਪਣਾ ਕਾਰਜ ਖੇਤਰ ਰੇਲਵੇ ਤੱਕ ਪਹੁੰਚਾ ਦਿੱਤਾ ਹੈਗਾ ਆ। ਹੁਣ ਬੜੀ ਐਫੀਸ਼ੀਐਂਟ ਆਪਰੇਸ਼ਨ ਹੋ ਰਹੇ ਹੈਗੇ ਨੇ। ਸਾਡੇ ਲਈ ਸੇਫਟੀ ਤੇ ਸਿਕਿਉਰਿਟੀ ਬਹੁਤ ਵਧੀਆ ਵੱਧ ਗਈ ਹੈਗੀ ਆ। ਤੁਸੀਂ ਵੇਖਿਆ ਹੋਊਗਾ ਹੁਣ ਅਸੀਂ ਜਦੋਂ ਟਿਕਟ ਬੁੱਕ ਕਰਾਉਣੀ ਆ, ਸਾਨੂੰ ਕੋਈ ਲੋੜ ਨਹੀਂ ਆ ਕਿ ਆਪਾਂ ਸਟੇਸ਼ਨ ਜਾਈਏ, ਖਿੜਕੀ ਤੇ ਖਲੋਈਏ, ਲੰਮੀਆਂ ਲਾਈਨਾਂ ਲਗਾਈਏ ਤੇ ਫਿਰ ਜਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਤੋਂ ਬਾਅਦ ਕੋਈ ਟਿਕਟ ਖਰੀਦੀਏ। ਨਹੀਂ, ਤੁਸੀਂ ਘਰ ਬੈਠ ਕੇ ਜਿੰਨੇ ਲੋਕਾਂ ਨੇ ਜਾਣਾ ਆ, ਆਨਲਾਈਨ ਤੁਸੀਂ ਕਲਿੱਕ ਕਰੋ ਤੇ ਤੁਹਾਨੂੰ ਪੂਰਾ ਡੇਟਾ ਮਿਲ ਜਾਏਗਾ। ਕਿਹੜੀ ਟ੍ਰੇਨ ਕਦੋਂ ਜਾ ਰਹੀ ਆ, ਕਿਹੜੀ ਤਰੀਕ ਨੂੰ ਅਵੇਲੇਬਲ ਹੈਗੀ ਆ, ਕਦੋਂ ਤੁਸੀਂ ਜਾ ਸਕਦੇ ਜੇ, ਉਹਦੀ ਪੇਮੈਂਟ ਕਿੰਨੀ ਹੋਏਗੀ, ਜਿਹੜੀ ਪੇਮੈਂਟ ਕਰਨੀ ਆ ਉਹ ਵੀ ਤੁਸੀਂ ਆਨਲਾਈਨ ਕਰ ਸਕਦੇ ਹੈਗੇ ਜੇ। ਤੇ ਤੁਸੀਂ ਟਿਕਟ ਖਰੀਦ ਲਿਆ, ਫਿਰ ਉਸ ਤੋਂ ਬਾਅਦ ਤੁਹਾਨੂੰ ਫਿਰ ਸਟੇਸ਼ਨ ਜਾਣ ਦੀ ਹਜੇ ਲੋੜ ਨਹੀਂ। ਤੁਸੀਂ ਚੈੱਕ ਕਰੋ ਕਿ ਤੁਹਾਡੀ ਟ੍ਰੇਨ ਕਦੋਂ ਆਉਣ ਵਾਲੀ ਹੈਗੀ ਆ। ਅਗਰ ਉਹ ਲੇਟ ਵੀ ਹੈਗੀ ਆ, ਤੁਹਾਨੂੰ ਮਿੰਟ ਟੂ ਮਿੰਟ ਉਹ ਦੱਸ ਰਹੀ ਹੋਏਗੀ ਕਿ ਇਸ ਟਾਈਮ ਤੇ ਇਸ ਪਲੇਟਫਾਰਮ ਤੇ ਤੁਹਾਡੇ ਟ੍ਰੇਨ ਪਹੁੰਚਣ ਵਾਲੀ ਹੈਗੀ ਆ। ਇਸ ਕਰਕੇ ਬੜਾ ਆਸਾਨ ਹੋ ਗਿਆ ਪਿਆਰੇ ਬੱਚਿਓ। ਹੁਣ ਅਸੀਂ ਰੇਲਵੇ ਦਾ ਵੇਖਿਆ ਹੈਗਾ, ਪਰ ਇਹ ਕਿਸ ਤਰ੍ਹਾਂ ਹੋਇਆ, ਇਹ ਆਸਾਨੀ ਕਿਸ ਤਰ੍ਹਾਂ ਹੋਈ? ਇਹ ਅੱਜ ਤੋਂ 20-30-40 ਸਾਲ ਪਹਿਲਾਂ ਤਾਂ ਨਹੀਂ ਹੈਗੀ ਸੀ। ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਮਗਰ ਆਈਟੀ ਨੇ ਬਹੁਤ ਮਦਦ ਕੀਤੀ। ਕਿਹਦੇ ਵਿੱਚ? ਇਨ ਦਾ ਫੀਲਡ ਆਫ ਰੇਲਵੇ ਦੇ ਖੇਤਰ ਵਿੱਚ ਆਈਟੀ ਨੇ, ਸੂਚਨਾ ਟੈਕਨੋਲੋਜੀ ਨੇ ਆਪਣਾ ਕਾਰਜ ਖੇਤਰ ਬਣਾਇਆ ਹੈਗਾ ਆ। ਇਸ ਕਾਰਜ ਖੇਤਰ ਦੇ ਵਧਣ ਕਰਕੇ ਆ ਇੱਕ ਸਕੋਪ ਹੈਗਾ ਕਿ ਕਿੱਥੇ ਕਿੱਥੇ ਆਈਟੀ ਯੂਜ਼ ਹੋ ਰਹੀ ਆ। ਹੁਣ ਆਪਾਂ ਪੜਿਆ ਘਰਾਂ 'ਚ ਯੂਜ਼ ਹੋ ਰਹੀ ਸੀ ਨਾ, ਆਪਾਂ ਹੈਲਥ ਐਜੂਕੇਸ਼ਨ ਪੜਿਆ, ਰੀਕ੍ਰੀਏਸ਼ਨ ਪੜਿਆ, ਹੁਣ ਆਪਾਂ ਵੇਖਿਆ ਕਿ ਵੀ ਰੇਲਵੇ ਵਿੱਚ ਵੀ ਯੂਜ਼ ਹੋ ਰਹੀ ਹੈ, ਰੇਲਵੇ ਇਹਨੂੰ ਇਸਤੇਮਾਲ ਕਰ ਰਿਹਾ ਹੈਗਾ ਆ। ਫਿਰ ਇੰਡਸਟਰੀ ਵਿੱਚ ਬੱਚੇ, ਹੁਣ ਤੇ ਇੰਡਸਟਰੀ ਵਿੱਚ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਹੈ। ਆਟੋਮੇਸ਼ਨ ਸਾਰਾ, ਕੰਟਰੋਲ ਸਾਰਾ, ਰੀਅਲ ਟਾਈਮ ਮੋਨੀਟਰਿੰਗ, ਜਿੰਨੇ ਡਿਜ਼ਾਈਨ ਬਣ ਰਹੇ ਹੈਗੇ ਨੇ, ਉਹ ਸਾਰੀ ਚੀਜ਼ਾਂ ਵਿੱਚ ਅਸੀਂ ਆਈਟੀ ਦਾ ਯੂਜ਼ ਕਰ ਰਹੇ ਹੈਗੇ ਆ। ਤੁਸੀਂ ਵੇਖਦੇ ਜੇ ਨਾ ਕਿਸੇ ਚੀਜ਼ ਦਾ ਡਿਜ਼ਾਈਨ ਅੱਜ ਕੱਲ੍ਹ ਕੌਣ ਕਰ ਰਿਹਾ? ਆਪਾਂ ਕਿਤੇ ਵੀ ਉਹਨੂੰ ਹੁਣ ਕਾਪੀ ਪੈਨਸਲ ਤੇ ਨਹੀਂ ਕਰ ਰਹੇ ਹੈਗੇ, ਉਹ ਹੁਣ ਬੜੀ ਹੀ ਆਸਾਨੀ ਦੇ ਨਾਲ ਕੰਪਿਊਟਰ ਵਿੱਚ ਹੋ ਰਿਹਾ ਹੈਗਾ ਆ। ਤੇ ਅਗਰ ਤੁਸੀਂ ਇਹਨੂੰ ਸਮਝ ਲਓ ਤੇ ਤੁਸੀਂ ਵੀ ਇੰਡਸਟਰੀ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਜੇ। ਤੇ ਆਈਟੀ ਦਾ ਜਿਹੜਾ ਯੋਗਦਾਨ ਹੈਗਾ ਆ ਇਹ ਬਹੁਤ ਜ਼ਿਆਦਾ ਹੈਗਾ ਆ, ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ। ਗਵਰਨਮੈਂਟ ਵੀ ਆਪਣਾ ਇਸਤੇਮਾਲ ਬਹੁਤ ਜ਼ਿਆਦਾ ਇਹਦਾ ਆਈਟੀ ਦਾ ਕਰ ਰਹੀ ਹੈਗੀ। ਤੁਸੀਂ ਵੇਖੋ ਨਾ ਆਧਾਰ ਕਾਰਡ ਦਾ ਸਾਰਾ ਡੇਟਾਬੇਸ ਤੁਹਾਡਾ ਜਿਹੜਾ ਆਨਲਾਈਨ ਅਵੇਲੇਬਲ ਹੈਗਾ ਆ, ਉਹ ਕਿਸ ਤਰ੍ਹਾਂ ਹੋਇਆ? ਹੁਣ ਸਰਕਾਰ ਲਈ ਕਿੰਨਾ ਆਸਾਨ ਹੈ ਕਿ ਕੋਈ ਵੀ ਪਾਲਿਸੀ ਲੈ ਕੇ ਆ ਰਹੀ ਆ, ਤੁਹਾਨੂੰ ਕੋਈ ਵਜੀਫਾ ਦੇਣਾ ਹੈਗਾ ਆ, ਹੁਣ ਉਹ ਆਨਲਾਈਨ ਸਾਰਾ ਰਿਕਾਰਡ ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਆ, ਕਿਹੜੇ ਬੱਚੇ ਨੂੰ ਕਿਹੜਾ ਵਜੀਫਾ ਅਪਲਾਈ ਕੀਤਾ, ਕਦੋਂ ਉਹਦੀ ਪੇਮੈਂਟ ਹੋਈ, ਕਿਹੜੇ ਬੈਂਕ ਵਿੱਚ ਪੇਮੈਂਟ ਹੋਈ। ਤੇ ਇਹ ਗਵਰਨਮੈਂਟ ਵੀ ਇਹਦਾ ਇਸਤੇਮਾਲ ਕਰ ਰਹੀ ਹੈਗੀ ਆ। ਤੇ ਯਾਨੀ ਕਿ ਇਹਦਾ ਕਾਰਜ ਖੇਤਰ ਕਿੱਥੋਂ ਤੱਕ ਪਹੁੰਚ ਗਿਆ? ਗਵਰਨਮੈਂਟ ਐਕਟੀਵਿਟੀਜ਼ ਵਿੱਚ ਵੀ ਪਹੁੰਚ ਗਿਆ ਹੈਗਾ। ਹੁਣ ਅਸੀਂ ਸਮਝਿਆ ਕਿ ਇਹਦਾ ਸਕੋਪ ਕਿੰਨਾ ਵਾਈਡ ਆ ਤੇ ਲਗਾਤਾਰ ਵੱਧਦਾ ਜਾ ਰਿਹਾ ਹੈਗਾ। ਇਹ ਨਹੀਂ ਕਿ ਇਹ ਖਤਮ ਹੋ ਗਿਆ, ਇਹ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਆ। ਤੇ ਇਹ ਖੇਤਰ ਅਸੀਂ ਘਰਾਂ ਤੋਂ ਲੈ ਕੇ ਰੀਕ੍ਰੀਏਸ਼ਨ, ਐਜੂਕੇਸ਼ਨ, ਹੈਲਥ, ਰੇਲਵੇ, ਇੰਡਸਟਰੀ, ਹਰ ਜਗ੍ਹਾ ਤੱਕ ਇਹਦਾ ਫੈਲਦਾ ਜਾ ਰਿਹਾ। ਅਸੀਂ ਹਰ ਰੋਜ਼ ਨਵੇਂ ਤੋਂ ਨਵੇਂ ਖੇਤਰ ਜਿਹੜੇ ਇਹਦੇ ਵਿੱਚ ਇੰਕਲੂਡ ਹੋ ਰਹੇ ਨੇ। ਹੁਣ ਆਪਾਂ ਸਮਝ ਗਏ ਕਿ ਇਹਦੀ ਇੰਪੋਰਟੈਂਟ ਕੀ ਹੈਗੀ, ਕਿਉਂਕਿ ਐਸੈਂਸ਼ੀਅਲ ਪਾਰਟ ਬਣ ਗਿਆ ਹੈਗਾ ਮਾਡਰਨ ਸੁਸਾਇਟੀ ਦਾ। ਹੁਣ ਬਹੁਤ ਐਡਵਾਂਟੇਜ ਮਿਲ ਰਹੀ ਹੈ ਇੰਡੀਵਿਜੂਅਲ ਨੂੰ, ਬਿਜ਼ਨਸ ਨੂੰ, ਗਵਰਨਮੈਂਟ ਨੂੰ। ਤੇ ਇਹ ਸਾਰੀਆਂ ਕਿਸ ਤਰ੍ਹਾਂ ਹੋ ਰਿਹਾ? ਇਨਫੋਰਮੇਸ਼ਨ ਟੈਕਨੋਲੋਜੀ ਨਾਲ। ਇਸੇ ਕਰਕੇ ਇਹਦੀ ਐਡਵਾਂਟੇਜ ਆ, ਇਹਦੀ ਇੰਪੋਰਟੈਂਸ ਹੈਗੀ ਹੈ ਤੇ ਇਹਦੀ ਯੂਟਿਲਿਟੀ ਹੈਗੀ ਆ। ਹੁਣ ਸਭ ਤੋਂ ਪਹਿਲਾਂ ਕੀ ਹੋ ਰਿਹਾ ਹੈਗਾ ਆ? ਇੰਪਰੂਵ ਐਫੀਸ਼ੀਐਂਸੀ, ਜਿਹੜੀ ਕੁਸ਼ਲਤਾ ਹੈ ਨਾ, ਇਹਦੇ 'ਚ ਬੜਾ ਸੁਧਾਰ ਹੋ ਰਿਹਾ ਬੱਚੇ। ਹੁਣ ਅਸੀਂ ਜਿਹੜੇ ਕੰਮ ਹੈਗੇ ਆ ਬਹੁਤ ਫਾਸਟ ਕਰ ਪਾ ਰਹੇ ਹੈਗੇ ਆ। ਸਾਡੇ ਲਈ ਬੜਾ ਆਸਾਨ ਹੋ ਗਿਆ ਉਸ ਚੀਜ਼ ਨੂੰ ਮੈਨੇਜ ਕਰਨਾ। ਬਿਜ਼ਨਸ ਵਿੱਚ ਆਪਾਂ ਜਦੋਂ ਕਰਾਂਗੇ ਤੇ ਜਿਹੜਾ ਕੰਮ ਪਹਿਲਾਂ ਦਿਨ ਲੈਂਦਾ ਸੀ, ਹੁਣ ਉਹ ਮਿੰਟ ਲੈ ਰਿਹਾ, ਸਕਿੰਟ ਲੈ ਰਿਹਾ ਹੈਗਾ, ਘੰਟੇ ਲੈ ਰਿਹਾ ਹੈਗਾ। ਜਿਹੜਾ ਅਸੀਂ ਸਾਲ ਲਗਾ ਰਹੇ ਸੀ ਉਹ ਕੁਝ ਮਹੀਨਿਆਂ ਵਿੱਚ ਹੋ ਰਿਹਾ ਹੈਗਾ, ਕਿਉਂਕਿ ਹੁਣ ਬਹੁਤ ਹੀ ਡੇਟਾਬੇਸ ਤਿਆਰ ਹੈਗਾ ਆ। ਤੇ ਉਹਦਾ ਇੰਪਰੂਵ ਕੀ ਹੋਈ ਹੈ ਬੱਚੇ? ਸਾਡੀ ਕੁਸ਼ਲਤਾ, ਐਫੀਸ਼ੀਐਂਸੀ ਇੰਪਰੂਵ ਹੋ ਗਈ ਹੈ। ਕਿਹਨੇ ਕੀਤੀ ਆ? ਆਈਟੀ ਨੇ। ਉਹਦਾ ਸਕੋਪ ਵੀ ਬਹੁਤ ਆ ਤੇ ਉਹ ਐਡਵਾਂਟੇਜ ਵੀ ਬਹੁਤ ਆ। ਇੰਪਲੋਇਮੈਂਟ ਵੀ ਵੱਧ ਰਹੀ ਆ। ਹੁਣ ਜਿਹੜੇ ਬੱਚੇ ਕੰਪਿਊਟਰ ਸਿੱਖ ਰਹੇ ਹੈਗੇ ਨੇ, ਆਈਟੀ ਦਾ ਇਸਤੇਮਾਲ ਕਰ ਰਹੇ ਹੈਗੇ ਨੇ, ਉਹਨਾਂ ਵਾਸਤੇ ਬਹੁਤ ਜੌਬ ਓਪਰਚੁਨਿਟੀ ਖੁੱਲ ਰਹੀ ਹੈਗੀ ਆ। ਤੁਸੀਂ ਇੱਥੇ ਬੈਠ ਕੇ ਅਬਰੋਡ ਦੇ ਕੰਮ ਕਰ ਸਕਦੇ ਹੈਗੇ ਜੇ। ਬੜਾ ਆਸਾਨ ਹੋ ਗਿਆ। ਪਹਿਲਾਂ ਆਪਾਂ ਨਹੀਂ ਸੋਚ ਸਕਦੇ ਹਨਾ, ਅਗਰ ਅਬਰੋਡ ਦੇ ਕੰਮ ਕਰਨੇ ਆ ਤੇ ਸਾਨੂੰ ਵਿਦੇਸ਼ ਦੀ ਧਰਤੀ ਤੇ ਜਾਣਾ ਹੀ ਪਏਗਾ। ਮਗਰ ਹੁਣ ਸਾਡੇ ਵਾਸਤੇ ਬੜਾ ਆਸਾਨ ਹੋ ਗਿਆ ਕਿ ਅਸੀਂ ਘਰ ਬੈਠ ਕੇ ਵੀ ਬਹੁਤ ਦੂਰ ਦੂਰ ਤੱਕ, ਹੁਣ ਕੋਈ ਜਿਓਗ੍ਰਾਫਿਕਲ
ਬਾਉਂਡੇਸ਼ਨ ਨਹੀਂ ਹੈ ਕਿ ਤੁਸੀਂ ਅਗਰ ਪੰਜਾਬ 'ਚ ਜੇ ਤੇ ਤੁਹਾਨੂੰ ਪੰਜਾਬ ਦੇ ਜੌਬ ਮਿਲਣੇ ਆ, ਤੁਹਾਨੂੰ ਕਿਤੇ ਵੀ ਮਿਲ ਸਕਦੇ ਹੈਗੇ ਨੇ। ਰੋਜ਼ਗਾਰ ਦੇ ਮੌਕੇ ਵਧੇ ਆ, ਪਰ ਕਿਹਨਾਂ ਵਾਸਤੇ? ਜਿਨ੍ਹਾਂ ਨੇ ਆਈਟੀ ਨੂੰ ਅਪਣਾਇਆ ਹੈਗਾ। ਜਿਨ੍ਹਾਂ ਨੇ ਨਹੀਂ ਅਪਣਾਇਆ ਉਹਨਾਂ ਦੇ ਰੋਜ਼ਗਾਰ ਗਏ ਵੀ ਜੇ, ਮਗਰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਇਹਨਾਂ ਨੂੰ ਅਪਣਾਉਣਾ ਆ ਤੇ ਇਹਦਾ ਇਸਤੇਮਾਲ ਕਰਦੇ ਹੋਏ ਆਪਣੇ ਰੋਜ਼ਗਾਰ ਨੂੰ ਵਧਾਉਣਾ ਹੈਗਾ। ਅਗਰ ਅਸੀਂ ਚਾਹਾਂਗੇ ਤੇ ਰੋਜ਼ਗਾਰ ਵੱਧ ਜਾਣਗੇ, ਅਸੀਂ ਉਸ ਰੋਜ਼ਗਾਰ ਨੂੰ ਪ੍ਰਾਪਤ ਕਰ ਲਾਂਗੇ। ਅੱਛਾ, ਕੁਆਲਿਟੀ ਵਧੀ ਜੇ, ਹੁਣ ਬੜਾ ਆਸਾਨ ਹੋ ਗਿਆ। ਅਸੀਂ ਕੁਆਲਿਟੀ ਕੰਟਰੋਲ ਕਰ ਪਾਉਂਦੇ ਹੈਗੇ ਆ। ਅਸੀਂ ਡੇਟਾਬੇਸ ਨਾਲ ਪੂਰਾ ਪਤਾ ਕਰ ਪਾਉਂਦੇ ਆ ਕੀ ਕਮੀਆਂ ਆ ਰਹੀਆਂ ਨੇ, ਕੀ ਸੁਧਾਰ ਕੀਤੇ ਜਾ ਰਹੇ ਆ। ਫੀਡਬੈਕ ਲੈਣਾ ਬੜਾ ਆਸਾਨ ਹੋ ਗਿਆ। ਹੁਣ ਬੜੇ ਆਸਾਨੀ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਲਾਇੰਟ ਕੀ ਚਾਹੁੰਦਾ ਹੈਗਾ, ਕਿੱਥੇ ਉਹਨੂੰ ਕਮੀ ਆ ਰਹੀ, ਕਿੱਥੇ ਉਹਨੂੰ ਮੁਸ਼ਕਲ ਆ ਰਹੀ ਹੈਗੀ ਆ। ਤੇ ਇਹ ਕਿਉਂ ਹੋ ਰਿਹਾ ਆ? ਆਈਟੀ ਦੀ ਮਦਦ ਨਾਲ। ਤੁਸੀਂ ਆਪਣੇ 1000 ਕਲਾਇੰਟ ਆ, ਤੁਸੀਂ ਇੱਕ ਮੈਸੇਜ ਕਰ ਦਿਓ ਕਿ ਸਾਨੂੰ ਇਹਦਾ ਫੀਡਬੈਕ ਦਿੱਤਾ ਜਾਵੇ, ਤੁਹਾਨੂੰ 1000 ਜਵਾਬ ਆ ਜਾਣਗੇ। ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਕਿ ਤੁਹਾਨੂੰ ਕਿੱਥੇ ਮੁਸ਼ਕਲ ਆ ਰਹੀ ਹੈ, ਕਿੱਥੇ ਕੁਆਲਿਟੀ ਕੰਟਰੋਲ ਦੀ ਲੋੜ ਹੈਗੀ ਆ। ਹੁਣ ਬਹੁਤ ਆਸਾਨੀ ਨਾਲ ਅਸੀਂ ਮੋਨੀਟਰ ਕਰ ਪਾਉਂਦੇ ਆ। ਇਸ ਸਭ ਕਰਕੇ ਕੀ ਹੋ ਰਿਹਾ ਕਿ ਸਾਡੀ ਕੁਆਲਿਟੀ ਬਹੁਤ ਪ੍ਰੋਡਕਸ਼ਨ ਵਿੱਚ ਵੱਧ ਰਹੀ ਹੈਗੀ ਆ। ਅੱਛਾ, ਰਸ਼ ਘਟਿਆ ਹੋਇਆ। ਪਿਆਰੇ ਬੱਚਿਓ, ਅਸੀਂ ਬੈਂਕ ਦੀ ਗੱਲ ਕਰ ਰਹੇ ਹਾਂ ਨਾ। ਅੱਜ ਤੋਂ 10 20 30 40 ਸਾਲ ਪਹਿਲਾਂ ਆਪਾਂ ਵੇਖੀਏ, ਬੈਂਕ ਪੂਰੇ ਭਰੇ ਹੁੰਦੇ ਸੀ, ਲਗਾਤਾਰ ਲਾਈਨਾਂ ਲੱਗੀਆਂ ਹੁੰਦੀਆਂ ਸੀ। ਰੇਲਵੇ ਦੀ ਮੈਂ ਤੁਹਾਨੂੰ ਗੱਲ ਦੱਸੀ, ਰੇਲਵੇ ਵਿੱਚ ਲਗਾਤਾਰ ਲਾਈਨਾਂ ਲੱਗੀਆਂ, ਟਿਕਟ ਖਰੀਦੀਆਂ ਜਾ ਰਹੀਆਂ ਹੈਗੀਆਂ ਨੇ ਤੇ ਬਹੁਤ ਭੀੜ ਭੜੱਕਾ ਪੈ ਰਿਹਾ ਹੈਗਾ। ਹੁਣ ਉਹ ਕਿੰਨਾ ਆਸਾਨ ਹੋ ਗਿਆ ਕਿ ਇਹਨੇ ਡਿਕਰੀਜ਼ ਕਰਤਾ ਰਸ਼ ਨੂੰ। ਹੁਣ ਸਾਨੂੰ ਕੋਈ ਜਲਦੀ ਨਹੀਂ ਹੈਗੀ। ਕਿਸੇ ਨੇ ਵੀ ਟਿਕਟ ਬੁੱਕ ਕਰਾਣੀ ਆ, ਘਰ ਬੈਠ ਕੇ ਕਰ ਲਓ। ਕਿਸੇ ਨੇ ਵੀ ਬੈਂਕ ਦਾ ਕੋਈ ਡੇਟਾ ਵੇਖਣਾ ਹੈਗਾ ਆ ਕਿ ਮੇਰੇ ਖਾਤੇ ਵਿੱਚ ਕਿੰਨੇ ਪੈਸੇ ਆ, ਮੈਂ ਕਿੰਨਾ ਟ੍ਰਾਂਸਫਰ ਕੀਤਾ ਹੈਗਾ, ਤੁਸੀਂ ਉੱਥੇ ਜਾਣ ਦੀ ਲੋੜ ਹੀ ਨਹੀਂ। ਕੋਈ ਪਾਸਬੁੱਕ ਅਪਡੇਟ ਕਰਾਉਣ ਦੀ ਲੋੜ ਹੀ ਨਹੀਂ। ਤੁਹਾਡੇ ਕੋਲ ਪਾਸਬੁੱਕ ਤੁਹਾਡੇ ਮੋਬਾਈਲ 'ਚ ਹੈਗੀ ਆ, ਤੁਸੀਂ ਉਹਨੂੰ ਚੈੱਕ ਕਰ ਸਕਦੇ ਹੈਗੇ ਜੇ। ਆਟੋਮੇਸ਼ਨ ਨੇ ਇਸ ਚੀਜ਼ ਨੂੰ ਬੜਾ ਹੀ ਵਾਧਾ ਕੀਤਾ ਹੈਗਾ ਆ ਤੇ ਲਾਈਨਾਂ ਨੂੰ ਘਟਾ ਦਿੱਤਾ ਹੈਗਾ। ਪਰ ਕਿੰਨੀ ਮਦਦ ਕੀਤੀ? ਸਾਡੀ ਆਈਟੀ ਨੇ। ਇਹ ਉਹਦਾ ਐਡਵਾਂਟੇਜ ਹੈਗਾ ਆ, ਉਹਦਾ ਵਾਧਾ ਹੈਗਾ ਨਾ। ਅੱਛਾ, ਹੈਂਡੀਕੈਪ ਪੀਪਲ ਵਾਸਤੇ ਵੀ, ਜਿਹੜੇ ਸਪੈਸ਼ਲ ਨੀਡ ਦੇ ਬੱਚੇ ਵੀ ਹੁੰਦੇ ਨੇ ਜਾਂ ਵੱਡੇ ਹੁੰਦੇ ਨੇ, ਉਹਨਾਂ ਵਾਸਤੇ ਵੀ ਟੈਕਨੋਲੋਜੀ ਬਹੁਤ ਮਦਦ ਕਰ ਰਹੀ ਹੈਗੀ ਆ। ਜਿਹੜੇ ਵੇਖ ਨਹੀਂ ਸਕਦੇ ਉਹਨਾਂ ਨੂੰ ਵੀ ਸੁਣਨ ਵਿੱਚ ਮਦਦ ਹੋ ਰਹੀ ਹੈਗੀ ਆ। ਉਹ ਮੋਬਾਈਲ ਯੂਜ਼ ਕਰ ਪਾ ਰਹੇ ਨੇ ਆਈਟੀ ਦੀ ਮਦਦ ਨਾਲ। ਤੇ ਆਈਟੀ ਨੇ ਬਹੁਤ ਮਦਦ ਕੀਤੀ ਹੈਗੀ ਆ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਕਿ ਕਿਸੇ ਪਰੇਸ਼ਾਨੀ ਕਰਕੇ ਡਿਸੇਬਲ ਹੈਗੇ ਸੀ, ਮੁਸ਼ਕਲ ਦਾ ਸਾਹਮਣਾ ਕਰ ਰਹੇ ਹੈਗੇ ਸੀ। ਉਹਨਾਂ ਨੇ ਇਹਨਾਂ ਦੀ ਲਾਈਫ ਬੜੀ ਆਸਾਨ ਹੋ ਕਰਤੀ ਆ। ਹੁਣ ਮੰਨ ਲਓ ਅਗਰ ਤੁਹਾਨੂੰ ਬਹੁਤ ਵਧੀਆ ਕੰਪਿਊਟਰ ਆਉਂਦਾ ਹੈਗਾ ਆ, ਤੁਸੀਂ ਆਈਟੀ ਵਿੱਚ ਮਾਹਿਰ ਜੇ, ਤੇ ਮੈਂ ਤੁਹਾਨੂੰ ਹੁਣੇ ਦੱਸਿਆ ਨਾ, ਤੁਸੀਂ ਘਰ ਬੈਠ ਕੇ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਕਲਾਇੰਟ ਆਪਣਾ ਪ੍ਰਾਪਤ ਕਰ ਸਕਦੇ ਜੇ। ਕਿਸੇ ਵੀ ਦੇਸ਼ ਤੋਂ ਤੁਸੀਂ ਕੰਮ ਪ੍ਰਾਪਤ ਕਰ ਸਕਦੇ ਜੇ ਤੇ ਉਹ ਕੰਮ ਬੈਠ ਕੇ ਤੁਸੀਂ ਕਰ ਸਕਦੇ ਜੇ। ਤੇ ਇਹਨੇ ਕਿਹਨੇ ਕੀਤਾ? ਇਹ ਆਈਟੀ ਨੇ ਕੀਤਾ ਨਾ। ਤੇ ਮਦਦ ਹੋ ਰਹੀ ਹੈਗੀ ਉਹਨਾਂ ਲੋਕਾਂ ਦੀ ਵੀ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੈਗੀ ਸੀ। ਫਿਰ ਆਰਗੇਨਾਈਜੇਸ਼ਨ ਵਿੱਚ ਬਹੁਤ ਇਹਦਾ ਯੂਜ਼ ਹੈਗਾ। ਐਫੀਸ਼ੀਐਂਸੀ ਵਧੀਆ, ਪ੍ਰੋਡਕਸ਼ਨ ਵਧੀਆ ਹੈਗੀ ਆ, ਸਿਕਿਉਰਿਟੀ ਵਧੀਆ, ਕੰਪਲਾਈਂਸ ਵਧੀਆ ਹੈਗਾ ਆ। ਇਹ ਸਾਰੀਆਂ ਜਿਹੜੀਆਂ ਐਡਵਾਂਟੇਜ ਮਿਲੀਆਂ, ਕਿਸ ਤਰ੍ਹਾਂ ਮਿਲੀਆਂ ਬੱਚੇ ਸਾਨੂੰ? ਇਹ ਮਿਲੀਆਂ ਨੇ ਆਈਟੀ ਦੇ ਯੂਜ਼ ਨਾਲ। ਜਿਉਂ ਆਪਾਂ ਕੰਪਿਊਟਰ ਦਾ, ਆਈਟੀ ਦਾ, ਡੇਟਾਬੇਸ ਡਰਿਵਨ ਚੀਜ਼ਾਂ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ, ਅਸੀਂ ਵੇਖਿਆ ਗਿਆ ਸਾਡੇ ਲਈ ਬੜਾ ਆਸਾਨ ਹੋ ਗਿਆ ਆ। ਹੁਣ ਉਹਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ, ਸਮਝਣਾ ਤੇ ਇੱਕ ਦੂਸਰੇ ਤੱਕ ਕਮਿਊਨੀਕੇਟ ਕਰਨਾ। ਪਹਿਲਾਂ ਆਪਣੀ ਗੱਲ ਕਹਿਣ ਵਾਸਤੇ ਸਾਨੂੰ ਕਈ ਮਹੀਨੇ ਲੱਗ ਜਾਂਦੇ ਸੀ। ਅਸੀਂ ਚਿੱਠੀ ਪਾ ਰਹੇ ਹਾਂ, ਉਹ ਕਿਸੇ ਕਲਾਇੰਟ ਨੂੰ ਮਿਲ ਰਹੀ ਆ ਜਾਂ ਸਾਡੇ ਆਪਣੇ ਵੱਡੇ ਅਫਸਰ ਨੂੰ ਮਿਲ ਰਹੀ ਆ। ਹੁਣ ਉਹ ਬੜਾ ਆਸਾਨ ਹੋ ਗਿਆ। ਅਸੀਂ ਇੱਕ ਮੈਸੇਜ ਕਰਦੇ ਹਾਂ ਤੇ ਉਹ ਪਹੁੰਚ ਜਾਂਦਾ ਹੈਗਾ ਆ ਤੇ ਉਹਦਾ ਜਵਾਬ ਵੀ ਸਾਨੂੰ ਮਿਲ ਜਾਂਦਾ ਹੈਗਾ ਆ। ਅੱਛਾ, ਸਟੂਡੈਂਟ ਵਾਸਤੇ ਆਪਾਂ ਪਹਿਲਾਂ ਵੀ ਗੱਲ ਕੀਤੀ, ਬਹੁਤ ਜ਼ਿਆਦਾ ਯੂਜ਼ ਹੈ ਪਿਆਰੇ ਬੱਚਿਓ। ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਵੀ ਆ ਸਮਝਣਾ। ਤੁਸੀਂ ਆਨਲਾਈਨ ਲਰਨਿੰਗ ਕਰ ਸਕਦੇ ਜੇ। ਆਹ ਲੈਸਨ ਜਿਹੜਾ ਤੁਸੀਂ ਅੱਜ ਮੇਰਾ ਵੇਖ ਰਹੇ ਜੇ, ਕਿੱਥੇ ਵੇਖ ਰਹੇ ਜੇ? ਘਰ 'ਚ ਵੇਖ ਰਹੇ ਜੇ ਨਾ। ਤੇ ਕਿਉਂ ਪੋਸੀਬਲ ਹੋਇਆ? ਪਹਿਲਾਂ ਤੇ ਆਪਾਂ ਸਕੂਲ 'ਚ ਪੜਾਉਂਦੇ ਸੀ ਤੇ ਘਰ ਵਿੱਚ ਆਹ ਲੈਸਨ ਕਿਸ ਤਰ੍ਹਾਂ ਅਸੀਂ ਵੇਖ ਰਹੇ ਹੈਗੇ ਆ? ਦੀਕਸ਼ਾ ਐਪ ਤੇ ਵੇਖ ਰਹੇ ਹੋਗੇ, ਆਪਣੇ ਟੀਵੀ ਤੇ ਵੇਖ ਰਹੇ ਹੋਗੇ, ਪਰ ਇਹ ਆਨਲਾਈਨ ਪੋਸੀਬਲ ਹੋ ਪਾਇਆ ਨਾ। ਹੁਣ ਕੋਲੈਬੋਰੇਟਿਵ ਲਰਨਿੰਗ ਹੋ ਸਕਦੀ ਹੈ। ਮੈਂ ਇੱਥੇ ਬੈਠਾ ਹਾਂ, ਮੈਂ ਕਿਸੇ ਵੀ ਟੀਚਰ ਤੋਂ ਕੋਈ ਜਾਣਕਾਰੀ ਲੈ ਸਕਦਾ, ਕੋਈ ਪ੍ਰੈਜੈਂਟੇਸ਼ਨ ਲੈ ਸਕਦਾ ਤੁਹਾਨੂੰ ਦਿਖਾਉਣ ਵਾਸਤੇ। ਬੱਚੇ ਆਪਸ ਵਿੱਚ WhatsApp ਗਰੁੱਪ ਬਣਾ ਕੇ, ਕੋਈ ਅਲੱਗ-ਅਲੱਗ ਪ੍ਰਕਾਰ ਦੇ ਗਰੁੱਪ ਬਣਾ ਕੇ ਇਸਤੇਮਾਲ ਕਰ ਰਹੇ। ਡਿਜੀਟਲ ਲਾਇਬ੍ਰੇਰੀਜ਼ ਆ ਗਈਆਂ ਨੇ, ਸਰਕਾਰ ਨੇ ਬਹੁਤ ਵੱਡੀਆਂ ਲਾਇਬ੍ਰੇਰੀ ਦਿੱਤੀਆਂ ਨੇ। ਜਸਟ ਤੁਸੀਂ ਕਲਿੱਕ ਕਰਨਾ, ਕੋਈ ਵੀ ਕਿਤਾਬ ਤੁਹਾਡੇ ਕੋਲ ਅਵੇਲੇਬਲ ਹੋ ਜਾਏਗੀ। ਆਨਲਾਈਨ ਕਿਤੇ ਵੀ ਕੋਚਿੰਗ ਲੈਣੀ ਹੈਗੀ ਆ, ਪਰਸਨਲਾਈਜ਼ ਲਰਨਿੰਗ। ਤੁਸੀਂ ਕੋਈ ਬੱਚਾ ਚਾਹੁੰਦਾ ਕਿ ਮੈਂ ਇਹ ਵਾਲਾ ਕੋਰਸ ਕਰਨਾ ਹੈਗਾ ਆ ਕਿਉਂਕਿ ਮੈਨੂੰ ਇਹਦੀ ਲੋੜ ਹੈਗੀ ਆ, ਉਹ 1 ਮਹੀਨੇ ਦਾ, 2 ਮਹੀਨੇ ਦਾ, ਤੁਸੀਂ ਪਰਸਨਲਾਈਜ਼ ਕੋਰਸ ਕਰ ਸਕਦੇ। ਜਾਣ ਦੀ ਵੀ ਕਿਤੇ ਲੋੜ ਨਹੀਂ ਪਊਗੀ ਤੇ ਬੜੀ ਆਸਾਨੀ ਦੇ ਨਾਲ ਇਹ ਹੋ ਪਾ ਰਿਹਾ ਆ। ਇਹ ਕਿਸ ਤਰ੍ਹਾਂ ਸੰਭਵ ਹੋਇਆ? ਆਨਲਾਈਨ ਐਜੂਕੇਸ਼ਨ ਕਿਤਨੀ ਸੰਭਵ ਕੀਤੀ? ਉਹ ਸੰਭਵ ਕੀਤੀ ਆਈਟੀ ਨੇ। ਅੱਛਾ, ਟੀਚਰ ਵਾਸਤੇ ਵੀ ਬਹੁਤ ਇਸਤੇਮਾਲ ਹੈ। ਹੁਣ ਪਹਿਲਾਂ ਆਪਾਂ ਕਿਤਾਬ ਤੇ ਡਿਪੈਂਡ ਕਰਦੇ ਹਾਂ, ਜੋ ਕਿਤਾਬ 'ਚ ਲਿਖਿਆ ਹੈ ਸਾਨੂੰ ਲੱਗਦਾ ਹੈ ਉਹ ਸੱਚ ਹੈਗਾ ਆ, ਮਗਰ ਹੁਣ ਆਪਾਂ ਉਹਨੂੰ ਤਸਦੀਕ ਕਰ ਲੈਂਦੇ ਹਾਂ। ਆਨਲਾਈਨ ਰਿਸੋਰਸਿਸ ਹੀ ਇੰਨੇ ਜ਼ਿਆਦਾ ਹੈ, ਕਮਿਊਨੀਕੇਸ਼ਨ ਬਹੁਤ ਵਧਿਆ ਹੋਇਆ। ਮੈਨੂੰ ਕੋਈ ਇਸ਼ੂ ਆ ਰਿਹਾ, ਮੈਂ ਆਪਣੇ ਕਿਸੇ ਵੀ ਵੱਡੇ ਟੀਚਰ ਤੋਂ, ਕਿਸੇ ਵੀ ਕੋਲੀਗ ਟੀਚਰ ਤੋਂ ਪੁੱਛ ਸਕਦਾ ਹੈਗਾ। ਉਹ ਮੇਰੀ ਮਦਦ ਕਰ ਸਕਦਾ ਹੈਗਾ, ਮੈਨੂੰ ਪ੍ਰੈਜੈਂਟੇਸ਼ਨ ਭੇਜ ਸਕਦਾ, ਮੈਨੂੰ ਡੇਟਾ ਭੇਜ ਸਕਦਾ ਹੈਗਾ ਆ। ਮੈਂ ਉਹਨੂੰ ਬੜਾ ਆਸਾਨੀ ਦੇ ਨਾਲ, ਹੁਣ ਸਹਿਯੋਗ ਬੜਾ ਵੱਧ ਗਿਆ ਹੈਗਾ, ਸੰਚਾਰ ਬੜਾ ਵੱਧ ਗਿਆ ਹੈਗਾ ਤੇ ਟੀਚਰਸ ਵਾਸਤੇ ਵੀ ਇਹਦਾ ਇਸਤੇਮਾਲ ਲਗਾਤਾਰ ਵਧਦਾ ਜਾ ਰਿਹਾ ਹੈਗਾ ਆ। ਤੇ ਅਸੀਂ ਵੇਖ ਰਹੇ ਹੈਗੇ ਆ ਕਿ ਇਸ ਚੀਜ਼ ਨੂੰ ਅਸੀਂ ਯੂਜ਼ ਕਰ ਪਾ ਰਹੇ ਹਾਂ।
ਅੱਛਾ, ਹੋਮਸ ਵਿੱਚ ਤੁਸੀਂ ਵੇਖਿਆ ਹੋਣਾ ਆ, ਇਹ ਟੈਕਨੋਲੋਜੀ ਪਹੁੰਚ ਗਈ, ਇਹਦੇ ਬਾਰੇ ਆਪਾਂ ਬਾਰ-ਬਾਰ ਗੱਲ ਕਰ ਰਹੇ ਹੈਗੇ ਆ। ਇਹ ਹੁਣ ਆ ਜਿਹੜੇ ਸਰਕਟ ਆਪਾਂ ਪਹਿਲਾਂ ਵੇਖਦੇ ਹਾਂ ਨਾ ਕਿ ਆਫਿਸ ਵਿੱਚ ਹੈਗੇ ਨੇ, ਕਿਸੇ ਗਵਰਨਮੈਂਟ ਸੈਕਟਰ ਵਿੱਚ ਵੇਖਦੇ ਹਾਂ, ਆਹ ਚੀਜ਼ਾਂ ਹੁਣ ਆਪਣੇ ਘਰਾਂ 'ਚ ਆਪਾਂ ਵੇਖਦੇ ਹਾਂ, ਇਹ ਸਾਡੇ ਕੋਲ ਅਵੇਲੇਬਲ ਹੋ ਗਈਆਂ ਨੇ ਤੇ ਬੜੀ ਆਸਾਨੀ ਦੇ ਨਾਲ। ਅੱਛਾ, ਜਿਹੜੇ ਕੰਪੋਜ਼ਰ ਨੇ, ਪਬਲਿਸ਼ਰ ਨੇ, ਕੋਈ ਗਾਇਕ ਨੇ, ਸੰਗੀਤਕਾਰ ਨੇ, ਕਿਸੇ ਵੀ ਪ੍ਰਕਾਰ ਦੀ ਕਲਾ ਰੱਖਦੇ ਨੇ, ਉਹਨਾਂ ਲਈ ਬੜਾ ਆਸਾਨ ਹੋ ਗਿਆ ਕਿ ਉਹ ਆਪਣੀ ਕਲਾ ਨੂੰ ਹੁਣ ਇੰਟਰਨੈਟ ਦੇ ਜ਼ਰੀਏ ਫੈਲਾ ਸਕਣ। ਹੁਣ ਕੋਈ ਵੀ ਆਪਣੀ ਰਿਕਾਰਡਿੰਗ ਕਰ ਸਕਦਾ ਹੈਗਾ ਆ, ਭੇਜ ਸਕਦਾ ਹੈਗਾ, ਈ ਬੁੱਕ ਪਬਲਿਸ਼ ਕਰ ਸਕਦਾ ਹੈਗਾ, ਬੜਾ ਆਸਾਨ ਹੋ ਗਿਆ ਹੈ ਹੁਣ। ਤੇ ਇਹੋ ਹੀ ਆਸਾਨੀ ਰਾਈਟਰ ਵਾਸਤੇ ਵੀ ਆਪਾਂ ਗੱਲ ਕਰ ਰਹੇ ਹਾਂ। ਤੁਸੀਂ ਕਿਤਾਬ ਲਿਖੋ, ਕਿਤੇ ਨਹੀਂ ਜਾਣ ਦੀ ਲੋੜ, ਤੁਸੀਂ ਆਨਲਾਈਨ ਪਬਲਿਸ਼ ਕਰ ਲਓ, ਤੁਸੀਂ ਬਲੌਗ ਲਿਖ ਲਓ, ਤੁਸੀਂ ਬਲੌਗ ਵਿੱਚ ਪੋਸਟ ਪਾ ਦਿਓ, ਅਗਰ ਉਹ ਚੰਗੀ ਹੋਏਗੀ ਤੇ ਹੋ ਸਕਦਾ ਹੁਣ ਰੋਜ਼ ਲੱਖਾਂ ਲੋਕ, ਹਜ਼ਾਰਾਂ ਲੋਕ ਪੜ੍ਹ ਰਹੇ ਹੋਣਗੇ, ਤੁਹਾਨੂੰ ਤੋਂ ਰੈਵਨਿਊ ਵੀ ਮਿਲ ਸਕਦਾ ਹੈ। ਪਰ ਆਈਟੀ ਨੇ ਸੰਭਵ ਕਰਾਇਆ ਕਿ ਕੋਈ ਵੀ ਰਾਈਟਰ ਕਿਤੇ ਵੀ ਬੈਠ ਕੇ ਲਿਖ ਸਕਦਾ ਹੈਗਾ ਆ। ਉਹ ਹੁਣ ਪਹਿਲਾਂ ਆਪਾਂ ਕਾਗਜ਼ ਤੇ ਲਿਖਦੇ ਸੀ ਨਾ, ਤੇ ਕਈ ਵਾਰ ਖਤਰਾ ਹੁੰਦਾ ਸੀ ਕਾਗਜ਼ ਖਰਾਬ ਹੋ ਗਿਆ ਤਾਂ ਫਿਰ ਕੀ ਕਰਾਂਗੇ। ਹੁਣ ਉਹ ਖਤਰਾ ਸਾਡੇ ਕੋਲ ਨਹੀਂ ਹੈਗਾ। ਹੁਣ ਬੜੀ ਆਸਾਨੀ ਦੇ ਨਾਲ ਆਪਾਂ ਕਿਤੇ ਵੀ ਮੋਬਾਈਲ ਤੇ ਕੰਪਿਊਟਰ ਤੇ ਲਿਖ ਲਈਏ, ਉਹ ਸਦਾ ਵਾਸਤੇ ਸੇਵ ਰੱਖੂਗਾ, ਕਲਾਊਡ ਤੇ ਆਪਾਂ ਉਹਨੂੰ ਰੱਖ ਸਕਦੇ ਹੈਗੇ ਆ ਤੇ ਜਦੋਂ ਮਰਜ਼ੀ ਉਹਨੂੰ ਆਪਾਂ ਐਕਸੈਸ ਕਰ ਸਕਦੇ ਹੈਗੇ ਆ। ਕੋਈ ਇਸ ਤਰ੍ਹਾਂ ਦੀ ਮੁਸ਼ਕਲ ਸਾਨੂੰ ਨਹੀਂ ਆਏਗੀ। ਫਿਰ ਅਸੀਂ ਵੇਖਿਆ ਕਿ ਡਾਕਟਰ ਲਾਇਰਸ ਵਾਸਤੇ ਵੀ ਬੜਾ ਇਸਤੇਮਾਲ ਆ। ਡਾਕਟਰ ਆਪਣੇ ਪੇਸ਼ੈਂਟਸ ਦੀ ਪੂਰਾ ਰਿਕਾਰਡ ਰੱਖ ਸਕਦੇ ਹੈਗੇ ਆ। ਲਾਇਰ ਅਗਰ ਚਾਹਣ ਤੇ ਕਿਸੇ ਵੀ ਕੇਸ ਦੀ ਜਾਣਕਾਰੀ ਜਿਹੜੀ ਹੈ ਪ੍ਰਾਪਤ ਕਰ ਸਕਦੇ ਨੇ ਕਿ ਉਹਦੇ ਵਿੱਚ ਕੀ ਫੈਸਲਾ ਆਇਆ ਸੀ, ਉਹਦੇ ਵਿੱਚ ਗਵਾਹ ਨੇ ਕੀ ਬੋਲਿਆ ਸੀ, ਉਹਦੇ ਵਿੱਚ ਕਿਹੜਾ ਐਕਟ ਲੱਗਾ ਸੀ। ਤੇ ਹੁਣ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆਨਲਾਈਨ ਅਵੇਲੇਬਲ ਹੈ। ਸਾਰੇ ਕੇਸਿਸ ਦੀਆਂ ਕਾਪੀਜ਼ ਅਵੇਲੇਬਲ ਹੈਗੀਆਂ ਇੱਥੇ। ਡਾਕਟਰ ਵਾਸਤੇ, ਜਿੰਨੇ ਵੀ ਪ੍ਰੋਫੈਸ਼ਨ ਨੇ ਕਹਿਣ ਦਾ ਮਤਲਬ, ਉਹਨਾਂ ਵਾਸਤੇ ਬੜਾ ਹੀ ਲਾਹੇਵੰਦ ਹੋ ਰਿਹਾ ਹੈਗਾ ਆ। ਅੱਛਾ, ਸ਼ਾਪਸ ਵਿੱਚ ਵੀ ਤੁਸੀਂ ਆਨਲਾਈਨ ਸ਼ਾਪ ਵੀ ਬਣਾ ਸਕਦੇ ਜੇ। ਤੁਹਾਡੇ ਕੋਲ ਜੇ ਸ਼ਾਪ ਜੇ, ਤੁਸੀਂ ਆਨਲਾਈਨ ਤੇ ਆਫਲਾਈਨ ਦੋਨੋਂ ਬਿਜ਼ਨਸ ਚਲਾ ਸਕਦੇ ਹੈਗੇ ਜੇ। ਤੁਸੀਂ ਆਪਣੇ ਕਸਟਮਰ ਦਾ ਰਿਕਾਰਡ ਰੱਖ ਸਕਦੇ ਜੇ, ਉਹਨੇ ਪਹਿਲਾਂ ਕੀ ਖਰੀਦਿਆ, ਹੁਣ ਕਾਹਦੀ ਲੋੜ ਹੈਗੀ, ਇਹ ਸਾਰੀਆਂ ਚੀਜ਼ਾਂ ਤੁਸੀਂ ਉਹਨੂੰ ਅਵੇਲੇਬਲ ਕਰਾ ਸਕਦੇ ਜੇ। ਲਾਇਬ੍ਰੇਰੀ ਵਿੱਚ ਆਪਾਂ ਵੇਖਿਆ ਕਿ ਲਾਇਬ੍ਰੇਰੀ ਵਿੱਚ ਇਹਦਾ ਬੜਾ ਇਸਤੇਮਾਲ ਹੋ ਰਿਹਾ। ਈ ਬੁੱਕਸ ਅਵੇਲੇਬਲ ਹੈਗੀਆਂ ਨੇ, ਕੈਟਾਲੌਗ ਲੱਭਣ ਲੱਗਿਆ ਬੜੀ ਆਸਾਨੀ ਹੋ ਜਾਂਦੀ ਹੈ। ਪਹਿਲਾਂ ਸਾਨੂੰ ਬੜੀ ਮੁਸ਼ਕਲ ਹੁੰਦੀ ਸੀ ਕੋਈ ਕਿਤਾਬ ਲੱਭਣ ਲੱਗਿਆ, ਹੁਣ ਬੜਾ ਆਸਾਨ, ਡਿਸਟੈਂਸ ਲਰਨਿੰਗ ਹੋ ਸਕਦੀ ਹੈ, ਸੈਲਫ ਸਰਵਿਸ ਹੋ ਸਕਦੀ ਆ। ਇਹ ਸਾਰੀਆਂ ਚੀਜ਼ਾਂ ਵੀ ਆਈਟੀ ਨੇ ਸੰਭਵ ਕਰਾਈਆਂ। ਹੁਣ ਐਜੂਕੇਸ਼ਨਲ ਇੰਸਟੀਚਿਊਟ ਜਿਹੜੇ ਹੈਗੇ ਨੇ, ਇਹਦੇ ਵਿੱਚ ਵੀ ਬੜੀ ਆਸਾਨੀ ਹੋ ਰਹੀ ਆ। ਹਰ ਜਗ੍ਹਾ ਆਨਲਾਈਨ ਪੋਸੀਬਲ ਹੈਗਾ। ਕੋਈ ਯੂਨੀਵਰਸਿਟੀ ਤੁਹਾਨੂੰ ਦੂਸਰੇ ਦੇਸ਼ ਵਿੱਚ ਵੀ ਤੁਹਾਨੂੰ ਐਜੂਕੇਸ਼ਨ ਦੇ ਸਕਦੀ ਹੈਗੀ, ਤੁਸੀਂ ਆਨਲਾਈਨ ਉਹਨਾਂ ਤੋਂ ਪੜ੍ਹ ਸਕਦੇ। ਕੋਈ ਸੀਮਾ ਨਹੀਂ ਹੈ ਕਿ ਅਸੀਂ ਆਪਣੇ ਸਕੂਲ ਵਿੱਚ ਪੜ੍ਹਨਾ, ਆਪਣੀ ਯੂਨੀਵਰਸਿਟੀ 'ਚ ਹੀ ਪੜ੍ਹਨਾ, ਆਪਣੇ ਖੇਤਰ ਵਿੱਚ ਹੀ ਪੜ੍ਹਨਾ ਹੈਗਾ। ਰਿਸਰਚ ਵਿੱਚ ਬਹੁਤ ਇਹਦਾ ਇਸਤੇਮਾਲ ਹੋ ਰਿਹਾ। ਰਿਸਰਚ ਜਿਹੜੇ ਬੱਚੇ ਕਰ ਰਹੇ, ਡੇਟਾ ਬਹੁਤ ਆਸਾਨੀ ਨਾਲ ਅਵੇਲੇਬਲ ਹੋ ਜਾਂਦਾ ਹੈਗਾ ਆ। ਅੱਛਾ, ਹੁਣ ਕੁਝ ਮੁਸ਼ਕਲਾਂ ਵੀ ਹੈਗੀਆਂ ਜਿਨ੍ਹਾਂ ਨੂੰ ਆਪਾਂ ਸਮਝੀਏ ਕਿ ਇਹਦੀ ਕਾਸਟ ਕਾਫੀ ਹਾਈ ਹੈ। ਇਨੀਸ਼ੀਅਲੀ ਕਈ ਵਾਰ ਬਹੁਤ ਕਾਸਟ ਪੈਂਦੀ ਹੈ। ਸਰਕਾਰ ਤੋਂ ਮਦਦ ਸਾਡੀ ਕਰ ਰਹੀ ਹੈਗੀ ਆ। ਇਹਦੇ ਸਾਈਬਰ ਸਿਕਿਉਰਿਟੀ ਦੇ ਰਿਸਕ ਵੀ ਕਿਤੇ ਨਾ ਕਿਤੇ ਆ ਰਹੇ ਹੈਗੇ ਨੇ। ਇਹ ਜਿਹੜੇ ਰਿਸਕ ਮੈਂ ਦੱਸ ਰਿਹਾ ਆ, ਇਹ ਸਾਡੇ ਕੁਐਸਚਨ ਦਾ ਆਨਸਰ ਵੀ ਬਣੇਗਾ, ਮਗਰ ਸਾਨੂੰ ਸਮਝਣ ਵਿੱਚ ਵੀ ਮਦਦ ਕਰੇਗਾ ਕਿ ਜੇ ਮੈਂ ਪ੍ਰੋਫੈਸ਼ਨਲੀ ਕੁਝ ਕਰਨਾ ਚਾਹੁੰਦਾ ਤੇ ਮੈਂ ਕੀ ਕਰ ਸਕਦਾ ਹੈਗਾ। ਜਿਸ ਤਰ੍ਹਾਂ ਮੈਂ ਸੈਕੰਡ ਪੁਆਇੰਟ ਦੱਸ ਰਿਹਾ ਕਿ ਸਾਈਬਰ ਸਿਕਿਉਰਿਟੀ ਰਿਸਕ ਹੈਗੇ ਆ। ਤੁਸੀਂ ਇੱਕ ਚੰਗੇ ਐਥੀਕਲ ਹੈਕਰ ਬਣ ਸਕਦੇ ਜੇ, ਜਿਹਦੇ ਵਿੱਚ ਤੁਸੀਂ ਸਰਕਾਰ ਦੀ ਤੇ ਲੋਕਾਂ ਦੀ ਮਦਦ ਕਰ ਸਕਦੇ ਜੇ। ਜਿਹੜੇ ਵੀ ਲੂਪ ਹੋਲ ਰਹਿ ਜਾਂਦੇ ਸਾਡੇ ਸੌਫਟਵੇਅਰ ਵਿੱਚ, ਤੁਸੀਂ ਉਹਦੀ ਮਦਦ ਕਰ ਸਕਦੇ ਹੈਗੇ ਜੇ ਤੇ ਉਹਦੇ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹਨੂੰ ਹੱਲ ਕਰ ਸਕਦੇ ਜੇ। ਅੱਛਾ, ਇੱਕ ਪ੍ਰੋਬਲਮ ਆ ਰਹੀ ਹੈ ਜੋ ਬੱਚਿਆਂ ਦੇ ਨਾਲ ਕਈ ਵਾਰ ਆ ਰਹੀ ਆ ਕਿ ਅਸੀਂ ਬਹੁਤ ਜ਼ਿਆਦਾ ਟੈਕਨੋਲੋਜੀ ਤੇ ਡਿਪੈਂਡ ਕਰ ਜਾਂਦੇ ਹਾਂ। ਕਈ ਵਾਰ ਹੁੰਦਾ ਨਾ ਕਿ ਪਹਿਲਾਂ ਸਾਨੂੰ 1.5 ਦੇ ਪਹਾੜੇ 2.5 ਦੇ ਪਹਾੜੇ ਵੀ ਯਾਦ ਹੈਗੇ ਸੀ, ਹੁਣ ਸਾਨੂੰ 2 ਗੁਣਾ 2 ਕੋਣ ਲੱਗਿਆ ਵੀ ਕਈ ਵਾਰ ਕੈਲਕੂਲੇਟਰ ਫੜਨਾ ਪੈ ਜਾਂਦਾ। ਅਸੀਂ ਬੱਚਿਆਂ ਨੂੰ ਕਹਿੰਦੇ ਆ ਕਿ 9 into 9 ਕਿੰਨਾ ਹੋਇਆ ਤੇ ਉਹ ਸੋਚਾਂ ਵਿੱਚ ਪੈ ਜਾਂਦਾ ਹੈ। ਕਿਉਂ? ਕਿਉਂਕਿ ਬਹੁਤ ਟੈਕਨੋਲੋਜੀ ਤੇ ਡਿਪੈਂਡ ਹੋ ਗਿਆ। ਇਸ ਚੀਜ਼ ਤੋਂ ਵੀ ਆਪਾਂ ਬਚਣਾ ਕਿ ਸਾਡਾ ਦਿਮਾਗ ਚੱਲਣਾ ਚਾਹੀਦਾ ਹੈਗਾ, ਸਾਨੂੰ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਹੈ, ਮਗਰ ਆਪਾਂ ਉੱਤੇ ਓਵਰ ਡਿਪੈਂਡ ਨਹੀਂ ਹੋਣਾ ਹੈਗਾ। ਅੱਛਾ, ਕੁਝ ਜਗ੍ਹਾ ਤੇ ਜੌਬ ਲਾਸ ਵੀ ਹੋ ਰਹੀਆਂ ਨੇ, ਉਹ ਵੀ ਅਸੀਂ ਪਛਾਣਨੇ ਨੇ ਕਿ ਕਿਤੇ ਸਾਡੇ 'ਚ ਉਹ ਕਮੀ ਨਾ ਰਹਿ ਜਾਏ ਕਿ ਅਸੀਂ ਟੈਕਨੋਲੋਜੀ ਨੂੰ ਬਿਲਕੁਲ ਨਹੀਂ ਜਾਣਦੇ ਹੈਗੇ ਤੇ ਮਸ਼ੀਨਾਂ ਨੇ ਸਾਡੇ ਕੰਮ ਲੈ ਲਏ ਹੈਗੇ ਨੇ। ਉਸ ਚੀਜ਼ ਤੋਂ ਕਿਸ ਤਰ੍ਹਾਂ ਬਚਣਾ ਆ, ਉਹਦੇ ਬਾਰੇ ਵੀ ਸਾਨੂੰ ਸੋਚਣ ਦੀ ਲੋੜ ਹੈਗੀ ਆ। ਅਗਰ ਆਪਾਂ ਹਿੰਮਤ ਕਰਾਂਗੇ ਤੇ ਫਿਰ ਉਹ ਬੜੀ ਆਸਾਨੀ ਨਾਲ ਹੋ ਜਾਏਗਾ। ਜੇ ਨਹੀਂ ਕਰ ਰਹੇ ਤੇ ਫਿਰ ਸਾਨੂੰ ਉਹ ਮੁਸ਼ਕਲਾਂ ਆ ਰਹੀਆਂ ਹੈਗੀਆਂ ਨੇ ਤੇ ਇਹਦੇ ਬਾਰੇ ਵੀ ਆਪਾਂ ਸੋਚਣਾ ਹੈਗਾ ਆ। ਇਸ ਤੋਂ ਬਾਅਦ ਮੈਂਟਲ ਤੇ ਫਿਜ਼ੀਕਲ ਹੈਲਥ ਤੇ ਵੀ ਅਸਰ ਪੈ ਰਿਹਾ। ਪਹਿਲਾਂ ਬੱਚੇ ਬਾਹਰ ਖੇਡਦੇ ਹੁੰਦੇ ਸੀ, ਯੁਵਾ ਵੀ ਬਾਹਰ ਬਹੁਤ ਜਾਂਦੇ ਹੁੰਦੇ ਸੀ, ਪਾਰਕ ਵਿੱਚ ਜਾਣਾ, ਹੈਲਥ ਕਲੱਬ ਵਿੱਚ ਜਾਣਾ, ਜਿਮ ਜਾਣਾ, ਇਹ ਜ਼ਿਆਦਾ ਕਲਚਰ ਹੈਗਾ ਸੀ। ਹੁਣ ਬੱਚੇ ਮੋਬਾਈਲ ਤੇ ਬੈਠੇ ਰਹਿੰਦੇ ਆ, ਫਿਜ਼ੀਕਲ ਤੇ ਮੈਂਟਲ ਹੈਲਥ ਤੇ ਪ੍ਰਭਾਵ ਪੈ ਰਿਹਾ ਹੈਗਾ। ਇਸ ਚੀਜ਼ ਤੋਂ ਵੀ ਬਚਣਾ, ਆਪਣੀਆਂ ਅੱਖਾਂ ਨੂੰ ਵੀ ਬਚਾਉਣਾ ਹੈਗਾ ਆ, ਬੈਕ ਪੇਨ ਨਾ ਹੋ ਜਾਏ, ਇਹਨਾਂ ਸਾਰੀ ਚੀਜ਼ਾਂ ਤੇ ਪ੍ਰਾਈਵੇਸੀ ਕੰਸਰਨ ਦਾ ਵੀ ਇਸ਼ੂ ਕਿਤੇ ਨਾ ਕਿਤੇ ਆ ਰਿਹਾ ਹੈਗਾ ਆ ਕਿ ਸਾਡਾ ਡੇਟਾ ਕਈ ਵਾਰ ਲੀਕ ਹੋ ਜਾਂਦਾ ਹੈਗਾ। ਅਸੀਂ ਆਪਣੀ ਸਾਰੀ ਜਾਣਕਾਰੀ ਕਿਸੇ ਵੈਬਸਾਈਟ ਤੇ ਦਿੱਤੀ ਤੇ ਉਹ ਬਾਅਦ ਵਿੱਚ ਅੱਗੇ ਤੋਂ ਅੱਗੇ ਪਹੁੰਚ ਗਈ। ਇਸ ਚੀਜ਼ ਤੋਂ ਵੀ ਅਸੀਂ ਬਚਣਾ ਹੈਗਾ ਆ ਕਿ ਕਿਹੜੀ ਸਾਈਟ ਤੇ ਆਪਾਂ ਕਿਹੜੀ ਜਾਣਕਾਰੀ ਦੇਣੀ ਆ ਤੇ ਕਿੱਥੋਂ ਕੀ ਬਚਣਾ। ਹੁਣ ਬਹੁਤ ਜ਼ਿਆਦਾ ਸਾਡੇ ਉੱਤੇ ਨਾ ਇੱਕ ਨਿਗਰਾਨੀ ਦੀ ਤਰ੍ਹਾਂ ਆਈਟੀ ਐਕਟ ਕਰ ਰਿਹਾ ਹੈਗਾ, ਮਗਰ ਆਪਾਂ ਉਸ ਚੀਜ਼ ਤੋਂ ਬਚਣਾ ਹੈਗਾ। ਸੋਸ਼ਲ ਆਈਸੋਲੇਸ਼ਨ ਹੋ ਰਹੀ ਹੈਗੀ ਆ। ਕੁਝ ਲੋਕ ਸੋਚ ਹੀ ਨਹੀਂ ਪਾਉਂਦੇ ਕਿ ਆਪਾਂ ਮੋਬਾਈਲ ਤੋਂ ਬਾਹਰ ਵੀ ਜਾਣਾ ਹੈਗਾ। ਉਹ ਮੋਬਾਈਲ 'ਚ ਹੀ ਸਾਰੀ ਜ਼ਿੰਦਗੀ ਲੱਭ ਰਹੇ ਹੈਗੇ ਨੇ, ਦੁਨੀਆ ਲੱਭ ਰਹੇ ਹੈਗੇ ਆ, ਦੋਸਤਾਂ ਨੂੰ ਲੱਭ
ਰਹੇ ਹੈਗੇ ਨੇ, ਇਨਵਾਇਰਮੈਂਟਲ ਇੰਪੈਕਟ ਵੀ ਪੈ ਰਹੇ ਹੈਗੇ ਨੇ ਕਿਤੇ ਨਾ ਕਿਤੇ। ਬਹੁਤ ਜ਼ਿਆਦਾ ਇਲੈਕਟ੍ਰੋਨਿਕ ਵੇਸਟ ਜਿਹੜਾ ਹੈਗਾ ਉਹ ਤਿਆਰ ਹੋ ਰਿਹਾ ਹੈਗਾ, ਉਸ ਵੇਸਟ ਨੂੰ ਕਿਸ ਤਰ੍ਹਾਂ ਟਿਕਾਣੇ ਲਗਾਉਣਾ ਹੈਗਾ ਉਹ ਬੜੀ ਮੁਸ਼ਕਲ ਹੋ ਰਹੀ ਹੈ। ਤੁਸੀਂ ਆਪਣੀ ਜ਼ਿੰਦਗੀ 'ਚ ਵੇਖੋ, ਕਿਸੇ ਟੀਚਰ ਨੂੰ ਜਾਂ ਕਿਸੇ ਨੂੰ ਵੱਡੇ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਿੰਨੇ ਮੋਬਾਈਲ ਵਰਤੇ ਹੈਗੇ ਨੇ। ਉਹ ਸਾਰੇ ਹੁਣ ਕੀ ਨੇ, ਹੁਣ ਉਹ ਈ ਵੇਸਟ ਬਣ ਗਏ ਹੈਗੇ ਨੇ ਤੇ ਉਹ ਕਿੱਥੇ ਗਏ ਨੇ, ਉਹ ਇੱਕ ਬਹੁਤ ਚਰਚਾ ਦਾ ਵਿਸ਼ੇ ਹੈਗਾ ਆ। ਇਸ ਚੀਜ਼ ਤੋਂ ਵੀ ਸਾਨੂੰ ਬਚਣ ਦੀ ਲੋੜ ਆ। ਅੱਛਾ ਪਿਆਰੇ ਬੱਚਿਓ, ਕੁਛ ਨਾ ਕੁਐਸਚਨ ਜ਼ਰੂਰ ਕਰਨੇ ਚਾਹੀਦੇ ਹੈਗੇ ਨੇ, ਖਾਸ ਕਰਕੇ ਆਬਜੈਕਟਿਵ ਕੁਐਸਚਨ ਸਾਡੇ ਐਗਜ਼ਾਮ ਦਾ ਵੀ ਹਿੱਸਾ ਹੈਗਾ ਨੇ। ਅਗਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਵੇਖੀਏ ਤਾਂ ਸਾਨੂੰ ਸਮਝ ਆਉਂਦਾ ਕਿ ਜਿਹੜਾ ਕਨਸੈਪਟ ਆਪਾਂ ਪੜ੍ਹਿਆ ਸੀ ਕਿ ਉਸ ਨੂੰ ਕਲੀਅਰ ਹੋ ਗਿਆ ਹੈਗਾ, ਉਸ ਕਨਸੈਪਟ ਅਸੀਂ ਸਮਝ ਲਿਆ ਗਿਆ। ਹੁਣ ਸਕੋਪ ਕਿਸ ਤਰ੍ਹਾਂ ਦਾ ਹੈਗਾ ਪਿਆਰੇ ਬੱਚਿਓ, ਵਾਸਟ ਤੇ ਐਵਰ ਇਵੋਲਵਿੰਗ, ਵੱਧਦਾ ਜਾ ਰਿਹਾ ਹੈਗਾ ਆ। ਆਈਟੀ ਦਾ ਸਕੋਪ ਬਹੁਤ ਵੱਡਾ ਹੋਏਗਾ ਨਾ। ਫਿਰ ਜਿਹੜੀ ਵਨ ਐਪਲੀਕੇਸ਼ਨ ਹੈ ਆਈਟੀ ਦੀ ਹੈਲਥ ਕੇਅਰ ਵਿੱਚ, ਉਹ ਕੀ ਹੋ ਸਕਦੀ ਆ, ਪੇਸ਼ੈਂਟ ਦਾ ਰਿਕਾਰਡ। ਉਹ ਬਹੁਤ ਜ਼ਰੂਰੀ ਹੁੰਦਾ ਆ ਕਿ ਪੇਸ਼ੈਂਟ ਨੇ ਪਹਿਲਾਂ ਕਿਹੜੀ ਦਵਾਈ ਲਈ ਹੈਗੀ ਆ, ਇਸ ਤੋਂ ਪਹਿਲਾਂ ਉਹਨੂੰ ਕਿਹੜੀਆਂ ਮੁਸ਼ਕਲਾਂ ਰਹੀਆਂ ਨੇ, ਕਿਹੜੀ ਬਿਮਾਰੀ ਤੋਂ ਗ੍ਰਸਤ ਰਿਹਾ, ਕਿੰਨੇ ਚਿਰ ਰਹੇਗਾ। ਅਗਰ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗ ਜਾਣ ਤੇ ਅਸੀਂ ਬੜੀ ਆਸਾਨੀ ਦੇ ਨਾਲ ਫਿਰ ਉਹਦਾ ਇਲਾਜ ਕਰ ਸਕਦੇ ਹੈਗੇ ਆ। ਫਿਰ ਸਵਾਲ ਆਉਂਦਾ ਹੈਗਾ ਕਿ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਨੇ ਇਨੇਬਲ ਕੀਤਾ ਇਨ ਦਾ ਫੀਲਡ ਆਫ ਐਜੂਕੇਸ਼ਨ, ਕੀ ਕੀਤਾ, ਆਨਲਾਈਨ ਐਜੂਕੇਸ਼ਨ ਕੀਤੀ, ਡਿਸਟੈਂਸ ਲਰਨਿੰਗ ਵੀ ਕੀਤੀ ਤੇ ਈ ਲਰਨਿੰਗ ਵੀ ਕੀਤੀ। ਇਹਦਾ ਮਤਲਬ ਸਾਰੀਆਂ ਚੀਜ਼ਾਂ ਕੀਤੀਆਂ ਨਾ। ਆਲ ਆਫ ਦਾ ਅਬਵ ਆਨਸਰ ਹੋ ਗਿਆ। ਜਦੋਂ ਵੀ ਆਲ ਆਫ ਦਾ ਅਬਵ ਆਵੇ ਬਹੁਤ ਧਿਆਨ ਨਾਲ ਵੇਖਣਾ ਕਿ ਕਿਤੇ ਇਹ ਆਨਸਰ ਤਾਂ ਨਹੀਂ, ਤਿੰਨੇ ਚੀਜ਼ਾਂ ਤਾਂ ਨਹੀਂ ਆ ਰਹੀਆਂ ਗਿਆ। ਫਿਰ ਵਾਟ ਹੈਜ਼ ਇਨਫੋਰਮੇਸ਼ਨ ਇੰਪੈਕਟਡ ਇਨ ਦਾ ਫੀਲਡ ਆਫ ਬਿਜ਼ਨਸ ਐਂਡ ਫਾਈਨੈਂਸ, ਆਟੋਮੇਸ਼ਨ ਹੋਈ, ਫਾਸਟ ਹੋਇਆ, ਐਕੂਰੇਟ ਹੋਇਆ, ਇੰਪਰੂਵ ਹੋਈ ਸਾਡਾ ਡਿਸੀਜ਼ਨ ਮੇਕਿੰਗ। ਆ ਸਾਰੇ ਹੋਏ ਨਾ, ਫੈਸਲਾ ਲੈਣ ਦੀ ਸਮਰੱਥਾ ਵੱਧ ਗਈ, ਤੇਜ਼ੀ ਆਈ ਤੇ ਸਵੈਚਾਲਨ ਹੋ ਗਿਆ, ਆਟੋਮੇਸ਼ਨ ਹੋ ਗਿਆ। ਇਹ ਸਾਰੀਆਂ ਚੀਜ਼ਾਂ ਨੇ ਵਾਧਾ ਕੀਤਾ। ਹੁਣ ਇਹ ਚੀਜ਼ਾਂ ਜਦੋਂ ਆਪਾਂ ਸਮਝ ਰਹੇ ਹੈਗੇ ਆ ਤੇ ਸਾਨੂੰ ਸਮਝਣਾ ਚਾਹੀਦਾ ਹੈਗਾ ਕਿ ਸਾਨੂੰ ਕਲੀਅਰ ਹੋ ਰਿਹਾ ਕਨਸੈਪਟ। ਹੁਣ ਆਪਾਂ ਟਰੂ ਫਾਲਸ ਵੀ ਕਰੀਏ ਤਾਂ ਕਿ ਸਾਨੂੰ ਕੁਝ ਪਤਾ ਲੱਗੇ ਕਿ ਇਹ ਅਗਰ ਟਰੂ ਹੈਗਾ ਤੇ ਕਿਉਂ ਹੈਗਾ, ਅਗਰ ਇਹ ਫਾਲਸ ਹੈਗਾ ਤੇ ਕਿਉਂ ਹੈਗਾ। ਅਗਰ ਅਸੀਂ ਆ ਬੇਸਿਕ ਸਮਝ ਜਾਵਾਂਗੇ ਨਾ, ਸਾਨੂੰ ਪਤਾ ਲੱਗ ਜਾਊਗਾ। ਕਿਉਂਕਿ ਹੁਣ ਆਪਾਂ ਸਾਰਾ ਪੜ੍ਹ ਲਿਆ। ਆਪਾਂ ਕੀ ਪੜ੍ਹਿਆ, ਸਕੋਪ ਪੜ੍ਹਿਆ, ਉਸ ਤੋਂ ਪਹਿਲਾਂ ਆਪਾਂ ਕੀ ਪੜ੍ਹਿਆ ਸੀ, ਉਹਦੀ ਡੈਫੀਨੇਸ਼ਨ ਪੜ੍ਹੀ ਸੀ, ਸਾਨੂੰ ਮੀਨਿੰਗ ਪਤਾ ਲੱਗਾ ਸੀ, ਫਿਰ ਅਸੀਂ ਉਹਦੇ ਐਡਵਾਂਟੇਜ ਪੜ੍ਹੇ ਸੀ ਤੇ ਫਿਰ ਉਹਦੇ ਡਰਾਬੈਕ ਪੜ੍ਹੇ ਸੀ। ਜਦੋਂ ਆਹ ਚਾਰ ਚੀਜ਼ਾਂ ਅਸੀਂ ਪੜ੍ਹ ਲਈਆਂ ਤਾਂ ਸਾਨੂੰ ਕਨਸੈਪਟ ਪੂਰਾ ਕਲੀਅਰ ਹੋ ਗਿਆ ਕਿ ਆਈਟੀ ਦਾ ਮੀਨਿੰਗ ਕੀ ਆ, ਇਹਦਾ ਕਾਰਜ ਖੇਤਰ ਕਿੱਥੋਂ ਤੱਕ ਫੈਲਿਆ ਹੈਗਾ। ਅਸੀਂ ਵੇਖਿਆ ਘਰ ਤੋਂ ਲੈ ਕੇ ਇੰਡਸਟਰੀ ਤੱਕ, ਹੈਲਥ ਤੋਂ ਲੈ ਕੇ ਐਜੂਕੇਸ਼ਨ ਤੱਕ, ਕਿੰਨਾ ਵੱਡਾ ਫੀਲਡ ਹੈ ਨਾ ਇਹਦਾ। ਫਿਰ ਆਪਾਂ ਐਡਵਾਂਟੇਜ ਦੇਖਿਆ ਵੀ ਐਫੀਸ਼ੀਐਂਸੀ ਵੱਧ ਜਾਂਦੀ ਹੈਗੀ ਆ, ਕਿੰਨਾ ਆਸਾਨ ਹੋ ਰਿਹਾ ਨਾ। ਉਹ ਚੀਜ਼ਾਂ ਜਿਹੜੀਆਂ ਸਾਡੇ ਲਈ ਸਾਲ ਲੈਂਦੀਆਂ ਸੀ ਉਹ ਮਹੀਨੇ ਲੈ ਰਹੀਆਂ ਹੈਗੀਆਂ ਨੇ। ਤੇ ਆਹ ਜਿਹੜੇ ਫਾਇਦੇ ਹੋ ਰਹੇ ਹੈਗੇ ਨੇ ਉਹ ਆਪਾਂ ਸਮਝੇ। ਫਿਰ ਆਪਾਂ ਸਮਝਿਆ ਕਿ ਕੁਝ ਮੁਸ਼ਕਲਾਂ ਵੀ ਨੇ, ਕਿਤੇ ਬੱਚੇ ਆਈਸੋਲੇਸ਼ਨ 'ਚ ਚਲੇ ਜਾਂਦੇ ਨੇ, ਇਨਸਾਨ ਸਿਰਫ ਮੋਬਾਈਲ ਤੇ ਡਿਪੈਂਡ ਕਰ ਰਿਹਾ ਹੈਗਾ ਆ, ਟੈਕਨੋਲੋਜੀ ਦਾ ਓਵਰ ਯੂਜ਼ ਹੋ ਰਿਹਾ ਹੈਗਾ, ਕੁਝ ਜੌਬ ਨੂੰ ਇੰਪੈਕਟ ਪੈ ਰਿਹਾ ਹੈਗਾ ਆ। ਅਗਰ ਆਹ ਚੀਜ਼ਾਂ ਸਾਰੀਆਂ ਆਪਾਂ ਸਮਝ ਲਈਆਂ ਤੇ ਸਾਨੂੰ ਲੱਗਦਾ ਕਿ ਇਹ ਚੈਪਟਰ ਕਲੀਅਰ ਹੋ ਗਿਆ। ਹੁਣ ਤੁਸੀਂ ਅਗਰ ਟਰੂ ਐਂਡ ਫਾਲਸ ਨੂੰ ਵੇਖੋ ਤੇ ਤੁਹਾਨੂੰ ਇਹ ਕਨਸੈਪਟ ਹੋਰ ਕਲੀਅਰ ਹੋ ਜਾਊਗਾ। ਇਨਫੋਰਮੇਸ਼ਨ ਟੈਕਨੋਲੋਜੀ ਕੈਨ ਨਾਟ ਬੀ ਯੂਜ਼ਡ ਟੂ ਇੰਪਰੂਵ ਕਸਟਮਰ ਸਰਵਿਸ। ਹੁਣ ਸਵਾਲ ਆਉਂਦਾ ਹੈ ਫਾਲਸ ਕਿਉਂ? ਫਾਲਸ ਹੋਣ ਦਾ ਕਾਰਨ ਕੀ ਆ ਕਿ ਸੂਚਨਾ ਟੈਕਨੋਲੋਜੀ ਜਿਹੜੀ ਆ ਉਹ ਗ੍ਰਾਹਕ ਸੇਵਾ ਨੂੰ ਬਿਹਤਰ ਨਹੀਂ ਬਣਾਉਣ ਰਹੀ ਹੈਗੀ। ਇਹ 'ਚ ਨਹੀਂ ਵਰਡ ਤੇ ਗਲਤ ਹੈਗਾ ਨਾ ਪਿਆਰੇ ਬੱਚਿਓ, ਉਹ ਬਿਹਤਰ ਬਣਾਉਣ ਲਈ ਹੈਗੀ ਆ। ਹੁਣ ਤੁਸੀਂ ਆਪਣੇ ਕਸਟਮਰ ਨੂੰ ਬਹੁਤ ਡਿਟੇਲ ਵਿੱਚ ਸਮਝ ਸਕਦੇ ਜੇ, ਉਹਦੀਆਂ ਕੀ ਮੁਸ਼ਕਲਾਂ ਨੇ, ਉਹਦੀਆਂ ਕੀ ਚਾਹਤਾਂ ਨੇ, ਉਹਦੀ ਡਿਜ਼ਾਇਰ ਕੀ ਹੈਗੀ, ਉਹ ਕੀ ਖਰੀਦਣਾ ਚਾਹੁੰਦਾ, ਉਹਦਾ ਇਕਨੋਮਿਕ ਸਟੇਟਸ ਕੀ ਹੈਗਾ, ਉਹ ਕਿੰਨੇ ਪੈਸੇ ਖਰਚਣਾ ਚਾਹੁੰਦਾ ਹੈਗਾ। ਹੁਣ ਤਾਂ ਬੜਾ ਆਸਾਨ ਹੋ ਗਿਆ ਹੈ ਕਸਟਮਰ ਸਰਵਿਸ ਨੂੰ ਇੰਪਰੂਵ ਕਰਨਾ। ਅਸੀਂ ਆਪਣੇ ਕਲਾਇੰਟ ਨੂੰ ਬਹੁਤ ਬੈਟਰ ਸਰਵਿਸ ਦੇ ਸਕਦੇ ਹੈਗੇ ਆ। ਹੁਣ ਬੈਂਕ ਕਿਤੇ ਖੁੱਲਾ ਹੋਇਆ ਤੇ ਉਹਦਾ ਕਸਟਮਰ ਕਿਤੇ ਹੈਗਾ ਆ, ਮਗਰ ਉਹ ਆਨਲਾਈਨ ਬੈਂਕਿੰਗ ਨਾਲ ਉਹਦੀ ਸਾਰੀ ਜਾਣਕਾਰੀ ਲੈ ਪਾ ਰਿਹਾ ਨਾ, ਯਾਨੀ ਮਦਦ ਹੋ ਰਹੀ ਆ ਨਾ, ਆਸਾਨੀ ਹੋ ਰਹੀ ਆ। ਇਨਫੋਰਮੇਸ਼ਨ ਟੈਕਨੋਲੋਜੀ ਹੈਜ਼ ਮੇਡ ਇਟ ਪੋਸੀਬਲ ਫॉर ਇੰਡੀਵਿਜੂਅਲ ਟੂ ਵਰਕ ਫਰੋਮ ਐਨੀਵੇਅਰ। ਹਾਂ, ਹੁਣੇ ਤਾਂ ਦੱਸਿਆ ਕਿਤੋਂ ਵੀ ਬੈਠ ਕੇ ਤੁਸੀਂ ਕੰਮ ਕਰ ਸਕਦੇ ਜੇ। ਇਨਕਰੀਜ਼ ਇਨ ਇੰਪਲੋਇਮੈਂਟ ਅਪਰਚੁਨਿਟੀ, ਬਿਲਕੁਲ ਸਹੀ ਹੈ ਮੇਰੇ ਬੱਚਿਓ। ਜਿਹੜੇ ਬੱਚੇ ਆਈਟੀ ਦਾ ਸਹਾਰਾ ਲੈਣਗੇ ਉਹਨਾਂ ਵਾਸਤੇ ਤੇ ਜੌਬ ਵਧ ਰਹੇ ਹੈਗੇ ਨੇ, ਜਿਹੜੇ ਨਹੀਂ ਲੈ ਰਹੇ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹੈਗੀਆਂ ਨੇ। ਤੇ ਇਸ ਚੀਜ਼ ਨੂੰ ਆਪਾਂ ਸਮਝਣਾ ਕਿ ਅਸੀਂ ਵੀ ਇਹਦਾ ਸਹਾਰਾ ਲੈਣਾ ਹੈ, ਇਹਦੀ ਸਮਝ ਪੈਦਾ ਕਰਨੀ ਹੈਗੀ ਆ ਤਾਂ ਕਿ ਸਾਨੂੰ ਮੁਸ਼ਕਲ ਕੋਈ ਨਾ ਆਵੇ। The use of information technology has led to increase in rush। ਕੀ ਇਹਦੇ ਵਿੱਚ ਰਸ਼ ਵੱਧ ਗਿਆ ਹੈਗਾ, ਕਾਹਲੀ ਵੱਧ ਗਈ ਹੈਗੀ? ਨਹੀਂ, ਇਹ ਨਹੀਂ ਹੋਇਆ, ਇਹ ਗਲਤ ਹੋ ਗਿਆ ਨਾ। ਇतना ਤੇ ਰਸ਼ ਘਟਿਆ ਹੈਗਾ। ਅਸੀਂ ਬਹੁਤ ਡਿਟੇਲ 'ਚ ਪੜ੍ਹਿਆ ਸੀ ਨਾ ਕਿ ਇतना ਰਸ਼ ਘਟਿਆ ਹੈਗਾ। ਤੇ ਹੁਣ ਆ ਸਾਨੂੰ ਕਨਸੈਪਟ ਲੱਗਦਾ ਸਾਰਾ ਕਲੀਅਰ ਹੋ ਗਿਆ। ਇੱਕ ਕੁਐਸਚਨ ਦਾ ਇਹੋ ਮਤਲਬ ਹੁੰਦਾ ਕਿ ਆਪਾਂ ਇਹ ਸਮਝੀਏ ਕਿ ਜਿਹੜਾ ਅਸੀਂ ਕਨਸੈਪਟ ਪੜ੍ਹ ਕੇ ਆਏ ਆ ਕਿ ਉਹ ਸਾਨੂੰ ਕਲੀਅਰ ਹੋ ਗਿਆ ਹੈਗਾ ਆ। ਅਗਰ ਨਹੀਂ ਹੋਇਆ ਤਾਂ ਆਪਾਂ ਨੂੰ ਹੋਰ ਡਿਟੇਲ ਸਮਝ ਸਕਦੇ ਹੈਗੇ ਆ। ਪਰ ਪਿਆਰੇ ਬੱਚਿਓ, ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਈਟੀ ਦਾ ਖੇਤਰ ਕਿੰਨਾ ਡੂੰਘਾ ਆ, ਕਿੰਨਾ ਕਾਰਜ ਖੇਤਰ ਫੈਲਿਆ ਹੋਇਆ ਆ, ਇਹਦੇ ਐਡਵਾਂਟੇਜ ਕੀ ਨੇ, ਇਹਦੇ ਡਿਸਐਡਵਾਂਟੇਜ ਕੀ ਹੈਗੇ ਨੇ।
ਆਪਾਂ ਇਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਤੇ ਇਹਦੇ ਖਤਰਿਆਂ ਤੋਂ ਕਿਵੇਂ ਬਚਣਾ ਹੈਗਾ ਆ। ਅਗਰ ਆ ਸਾਰੀਆਂ ਚੀਜ਼ਾਂ ਆਪਾਂ ਸਮਝ ਲੈਂਦੇ ਹੈਗੀਆਂ ਤੇ ਸਾਡੀ ਲਾਈਫ ਬੜੀ ਹੀ ਆਸਾਨ ਹੋ ਜਾਂਦੀ ਹੈਗੀ ਆ। ਇਸ ਕਰਕੇ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈਗਾ ਕਿ ਇਸ ਲੈਸਨ ਨੂੰ ਆਪਾਂ ਚੰਗੀ ਤਰ੍ਹਾਂ ਪੜ੍ਹ ਲਈਏ। ਇਹ ਫਸਟ ਲੈਸਨ ਸੀ ਸਾਡਾ ਫੰਡਾਮੈਂਟਲ ਆਫ ਈ ਬਿਜ਼ਨਸ ਦਾ, ਜਿਹੜਾ ਕਿ ਅਸੀਂ +2 ਵਿੱਚ ਪੜ੍ਹਦੇ ਹੈਗੇ ਆ। ਤੇ ਹੁਣ ਜਦੋਂ ਆਪਾਂ ਇਹਨੂੰ ਪੜ੍ਹ ਲਿਆ ਗਿਆ ਤੇ ਸਾਡੇ ਲਈ ਬੜਾ ਆਸਾਨ ਰਹੂਗਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਵੀ, ਤੇ ਇਹਨੂੰ ਆਪਾਂ ਕਨਸੈਪਚੁਅਲੀ ਸਮਝਣ ਵਿੱਚ ਕਾਮਯਾਬ ਹੋਏ। ਬਹੁਤ ਬਹੁਤ ਧੰਨਵਾਦ।